ਸਟ੍ਰੈਸ ਆਪਾਂ ਇਹ ਡਿਫਾਈਨ ਕਰਦੇ ਹਾਂ ਕਿ ਜਦੋਂ ਕਿਸੇ ਬੋਡੀ ਦੇ ਉੱਤੇ ਫੋਰਸ ਅਪਲਾਈ ਕਰਦੇ, ਉਹ ਫੋਰਸ ਬੋਡੀ ਦੀ ਸਰਫੇਸ ਦੇ ਪਰਪੈਂਡੀਕੂਲਰ ਆ ਜਾਂ ਫੋਰਸ ਸਰਫੇਸ ਦੇ ਅਲੋਂਗ ਅਪਲਾਈ ਕਰਦੇ ਆ, ਠੀਕ ਆ। ਉਹਦੇ ਅਕੋਰਡਿੰਗ ਨੇ ਆਪਾਂ ਕਿਹਾ ਕਿ ਵੀ ਸਟ੍ਰੈਸ ਜਿਹੜੀ ਆ ਉਹ ਮੇਰੇ ਕੋਲ ਨਾਰਮਲ ਸਟ੍ਰੈਸ ਜਾਂ ਟੈਂਜੈਂਸ਼ੀਅਲ ਸਟ੍ਰੈਸ ਆ ਜਾਂਦੀ, यानी दो तरह की स्ट्रेस हैगी, एक नॉर्मल और एक टेंजेंशियल। जल्दी जल्दी 2 मिनट च रिवाइज करावांगा सारा, ठीक है। एक नॉर्मल स्ट्रेस और एक मेरे को टेंजेंशियल। नॉर्मल स्ट्रेस दे करके ਅਸੀਂ ਕਿਹਾ ਸੀਗਾ ਕਿ ਜਦੋਂ ਕਿਸੇ ਬਾਡੀ ਦੇ ਆ ਮੰਨ ਲਓ ਮੇਰੇ ਕੋਲ ਕੋਈ ਵਾਇਰ ਹੋਵੇ, ਇੱਥੇ ਇੱਕ ਹੁੱਕ ਲੱਗਿਆ ਹੋਵੇ, ਇਹਨੂੰ ਮੈਂ ਫੋਰਸ ਇਸ ਵੇ ਨਾਲ ਲਗਾਵਾਂ ਜਾਂ ਇਸ ਵੇ ਨਾਲ ਅਪਲਾਈ ਕਰਾਂ, ਉਹਦੇ ਨਾਲ ਅਸੀਂ ਕਹਿੰਦੇ ਜੀ ਐਸ ਸੱਚ ਅਸੀਂ ਇਹਦੀ ਲੈਂਥ ਜਿਹੜੀ ਆ ਉਹਨੂੰ ਇਨਕਰੀਜ਼ ਜਾਂ ਡਿਕਰੀਜ਼ ਕਰੀਏ, ਜਾਂ ਇਹਦਾ ਆਪਾਂ ਕਿਸੇ ਮੈਥਡ ਨਾਲ ਵੋਲੀਅਮ ਚੇਂਜ ਕਰੀਏ, ठीक है। ਤੇ ਉਸ ਮੂਵਮੈਂਟ ਤੇ ਜਦੋਂ ਬਾਡੀ ਦੇ ਸਟ੍ਰੈਸ ਨਾਰਮਲ ਟੂ ਸਰਫੇਸ ਲੱਗਦੀ ਆ, ਇਹਦੇ ਕਰਕੇ ਉਹਦੀ ਲੈਂਥ ਜਾਂ ਉਹਦਾ ਅਸੀਂ ਕੰਸੀਡਰ ਕਰਦੇ ਵੋਲੀਅਮ ਚੇਂਜ ਹੁੰਦਾ। ਸੋ ਲੈਂਥ ਜਾਂ ਵੋਲੀਅਮ ਦੇ ਚੇਂਜ ਹੋਣ ਕਰਕੇ ਬਾਡੀ 'ਚ ਜਿਹੜੀ ਸਟ੍ਰੇਨ ਆਂਦੀ ਆ, ਉਹ ਅਸੀਂ ਕਿਹਾ ਸੀ ਜੀ ਜਾਂ ਤਾਂ ਮੇਰੇ ਕੋਲ ਲੌਂਗੀਚੂਡਨਲ ਸਟ੍ਰੇਨ ਹੋਏਗੀ ਜਾਂ ਮੇਰੇ ਕੋਲ ਜਿਹੜੀ ਵੋਲੀਓਮੈਟ੍ਰਿਕ ਸਟ੍ਰੇਨ ਹੋਏਗੀ। ਇੰਨੀ ਗੱਲ ਕਲੀਅਰ ਹੈ ਸਾਰਿਆਂ ਨੂੰ? ਯੈਸ ਸਰ। ਦੂਜਾ ਸੀ ਇਹ ਕਿਹਾ ਸੀਗਾ ਕਿ ਜੇ ਬਾਡੀ ਦੀ ਸਰਫੇਸ ਤੇ ਜਿਹੜੀ ਫੋਰਸ ਹੈਗੀ ਆ, ਉਹ ਫੋਰਸ ਅਸੀਂ ਅਲੋਂਗ ਦਾ ਸਰਫੇਸ ਲਗਾਈਏ, ਯਾਨੀ ਸਰਫੇਸ ਦੇ ਅਲੋਂਗ ਥਲੜਾ ਫੇਸ ਫਿਕਸ ਕਰਕੇ ਇਹਦੇ ਟੌਪ ਫੇਸ ਤੇ ਮੈਂ ਇਸ ਵੇ ਨਾਲ ਫੋਰਸ ਲਗਾਵਾਂ, ਤੇ ਇਸ ਵੇ ਨਾਲ ਫੋਰਸ ਲਗਾਉਣ ਤੇ ਉਹਦੇ ਅੰਦਰ ਕੀ ਹੋਏਗਾ, ਉਹਦੇ ਫੇਸ ਦੀ ਆਪਣੀ ਥਾਂ ਤੋਂ ਡਿਸਪਲੇਸਮੈਂਟ ਹੋਏਗੀ, ठीक है। फेस डिस्प्लेस होएगा यानी शेप डिफॉर्म होएगी, बट देयर इज अ नो चेंज इन वॉल्यूम ऑफ द बॉडी, ठीक है। जे ਆਪਾਂ ਐਸ ਸੱਚ ਨਾਰਮਲ ਸਟ੍ਰੈਸ ਲਗਾਣੇ, ਨਾਰਮਲ ਸਟ੍ਰੈਸ ਦੇ ਅੰਦਰ ਉਹਦੀ ਲੈਂਥ ਇਨਕਰੀਜ਼ ਡਿਕਰੀਜ਼ ਜਾਂ ਉਹਦਾ ਵੋਲੀਅਮ ਚੇਂਜ ਹੁੰਦਾ, ਬਟ ਇਸ ਕੇਸ ਉਹਦੀ ਸ਼ੇਪ ਨਹੀਂ ਚੇਂਜ ਹੁੰਦੀ, ਠੀਕ ਹੈ। ਤੇ ਪਰ ਜਦੋਂ ਟੈਂਜੈਂਸ਼ੀਅਲ ਸਟ੍ਰੈਸ ਲਗਾਣੇ ਆ ਤੇ ਉਹਦੇ ਕਰਕੇ ਜਿਹੜੀ ਸਟ੍ਰੇਨ ਆਂਦੀ, ਉਹਨੂੰ ਅਸੀਂ ਨਾਮ ਦਿੱਤਾ ਸੀ ਸ਼ੀਅਰ ਸਟ੍ਰੇਨ ਆ। ਟੈਂਜੈਂਸ਼ੀਅਲ ਸਟ੍ਰੈਸ ਨਾਲ ਸ਼ੀਅਰ ਸਟ੍ਰੇਨ ਆਂਦੀ ਆ, ਔਰ ਸ਼ੀਅਰ ਸਟ੍ਰੇਨ ਜਿਹੜੀ ਹੋਏਗੀ ਉਹ ਅਸੀਂ ਐਂਗਲ ਦੀ ਫਾਰਮ 'ਚ ਮੈਜ਼ਰ ਕਰਦੇ ਆ ਕਿ ਜਦੋਂ ਫੇਸ ਆਪਣੀ ਥਾਂ ਤੋਂ ਡਿਸਪਲੇਸ ਕੀਤਾ, ਆ ਜਿੰਨਾ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਇਆ, ਇਹਨੇ ਇਸ ਥਾਂ ਦੇ ਉੱਤੇ ਤੇ ਕੁਝ ਐਂਗਲ ਦੀ ਫਾਰਮੇਸ਼ਨ ਕਰ ਦੇਣੀ, ਯਾਨੀ ਫੇਸ ਦੀ ਡਿਸਪਲੇਸਮੈਂਟ ਦੇ ਕੋਰਸਪੋਂਡਿੰਗ ਇੱਥੇ ਐਂਗਲ ਬਣ ਜਾਏਗਾ। ਉਹ ਐਂਗਲ ਦੇ ਬੇਸ ਤੇ ਅਸੀਂ ਡਿਫਾਈਨ ਕਰਦੇ ਹਾਂ, ਐਂਗਲ ਆ ਜਾਂਦਾ ਆਰਕ, ਐਂਗਲ ਦੇ ਸਾਹਮਣੇ ਆਰਕ ਟ੍ਰੀਟ ਹੋ ਜਾਏਗੀ, ਤੇ ਆਹ ਸਾਈਡ ਜਿਹੜੀ ਹੋਏਗੀ ਇਹ ਉਹ ਮੇਰੇ ਕੋਲ ਜਿਹੜਾ ਰੇਡੀਅਸ ਯਾਨੀ ਲੈਂਥ ਆਫ ਰੇਡੀਅਸ ਆ ਜਾਏਗਾ, ਥੀਟਾ ਇਕੁਅਲ ਟੂ L ਬਾਈ R, यानी आ रेडियस लेंथ बन जाएगी, आ आर्क लेंथ आ जाएगी। सो इस एंगल दी फॉर्म च ਅਸੀਂ डिफाइन करते हैं shear strain ਨੂੰ। ਇੰਨੀ ਗੱਲ ਕਲੀਅਰ ਆ? यस सर। ਸੋ ਆਪਣੇ ਕੋਲ ਦੋ ਟਾਈਪ ਦੇ ਕਹਿੰਦਾ ਜੀ ਵੇਰੀਏਬਲ ਆ ਗਏ, ਇੱਕ ਬਾਡੀ ਤੇ ਸਟ੍ਰੈਸ ਅਪਲਾਈ ਕੀਤੀ ਜਾਏਗੀ ਕਿਸੇ ਵੀ ਟਾਈਪ ਦੀ, ਉਹਦੇ ਕਰਕੇ ਬਾਡੀ ਦੇ ਅੰਦਰ ਸਟ੍ਰੇਨ ਡਿਵੈਲਪ ਹੋਏਗੀ ਕਿਸੇ ਵੀ ਟਾਈਪ ਦੀ, ਡਿਪੈਂਡਿੰਗ ਸਟ੍ਰੈਸ ਕਿਹੜੇ ਟਾਈਪ ਦੀ ਅਪਲਾਈ ਆ, ਤੇ ਫਿਰ ਸਟ੍ਰੈਸ ਤੇ ਸਟ੍ਰੇਨ ਨੂੰ ਆਪਸ ਦੇ ਵਿੱਚ ਕੋਰਿਲੇਟ ਜਿੰਨਾ ਕਰਦੇ ਆ, ਉਹ ਆਪਣੇ ਕੋਲ ਆ ਜਾਂਦਾ ਐਸ ਸੱਚ ਕਹਿੰਦਾ ਜੀ ਜਿਹੜਾ ਟਰਮ ਆਏਗੀ ਉਹਦੀ ਗੱਲ ਹੁਣ ਕਰਨ ਲੱਗਿਆ, ਉਸ ਟਰਮ ਨੂੰ ਅਸੀਂ ਨਾਮ ਦਿੰਦੇ ਮੋਡੂਲਸ ਆਫ ਇਲਾਸਟਿਸਿਟੀ। ਔਰ ਮੋਡੂਲਸ ਆਫ ਇਲਾਸਟਿਸਿਟੀ ਨੂੰ ਜੇ ਡਿਸਕਸ ਕਰੀਏ ਬੇਟਾ, ਤੇ ਕੱਲ ਮੈਂ ਸ਼ੁਰੂ ਕੀਤਾ ਸੀਗਾ ਹੁਕਸ ਲਾਅ। ਸਮੀਖਿਆ ਕੀ ਦੱਸਿਆ ਸੀ ਹੁਕਸ ਲਾਅ? ਸਮੀਖਿਆ? Yes. ਹੁਕਸ The ਲਾਅ strain produced in a material is always directly proportional to strain applied on material within elastic limit. ਚਲੋ ਇੱਕ ਵਰਡ ਤੋਂ ਸਟ੍ਰੇਨ ਦੋਨੋਂ ਵਾਰੀ ਬੋਲ ਗਈ। Strain produced in the material is always directly proportional to stress applied over the given material provided we are within the elastic limit। ਆਪਾਂ ਇੰਨੀ ਗੱਲ ਕਹੀ ਸੀਗੀ ਕਿ ਜਦੋਂ ਕਿਸੇ ਬਾਡੀ ਤੇ ਅਸੀਂ ਸਟ੍ਰੈਸ ਅਪਲਾਈ ਕਰਦੇ ਆ, ਠੀਕ ਹੈ, ਆਪਾਂ ਕਹਿੰਦੇ ਕਿ ਵੀ ਬਾਡੀ ਤੇ ਸਟ੍ਰੈਸ ਅਪਲਾਈ ਹੋਈ, ਉਸ ਸਟ੍ਰੈਸ ਦੇ ਕਰਕੇ ਬਾਡੀ ਦੇ ਵਿੱਚ ਆਪਾਂ ਕਿਹਾ ਸੀਗਾ ਜੀ ਸਟ੍ਰੇਨ ਬਿਲਟ ਅਪ ਹੁੰਦੀ ਹੈ। ਸਟ੍ਰੈਸ ਬਾਡੀ ਤੇ ਅਪਲਾਈ ਕੀਤੀ ਜਾਏਗੀ ਔਰ ਸਟ੍ਰੈਸ ਦੇ ਕਰਕੇ ਬਾਡੀ 'ਚ ਸਟ੍ਰੇਨ ਪ੍ਰੋਡਿਊਸ ਹੁੰਦੀ ਹੈ, ਤੇ ਸਟ੍ਰੈਸ ਤੇ ਸਟ੍ਰੇਨ ਆਪਸ ਵਿੱਚ ਵੇਰੀ ਕਿਦਾਂ ਕਰਦੇ ਆ, ਇਸ ਚੀਜ਼ ਨੂੰ ਅਸੀਂ ਡਿਫਾਈਨ ਕਰਦੇ ਹੁਕਸ ਲਾਅ। ਤੇ ਬੇਟਾ ਹੁਕਸ ਲਾਅ ਇਹ ਕਹਿੰਦਾ ਵਾ ਕਿ ਵੀ ਵਿਦਿਨ ਦਾ ਇਲਾਸਟਿਕ ਲਿਮਿਟ, ਇਲਾਸਟਿਕ ਲਿਮਿਟ ਕਿਹਨੂੰ ਕਵਾਂਗੇ, ਯਾਨੀ ਅਸੀਂ ਇੱਕ ਮੈਕਸਿਮਮ ਸਟ੍ਰੈਸ ਦੀ ਲਿਮਿਟ ਦੱਸਦੇ ਪਏ ਆ। ਅਸੀਂ ਕਹਿੰਦੇ ਜੀ ਇਲਾਸਟਿਕ ਲਿਮਿਟ ਜੇ ਡਿਫਾਈਨ ਕਰੀਏ, ਇਟ ਇਜ਼ ਅ ਲਿਮਿਟ up to which if we apply the deforming force over the body, ठीक है, and after the removal of that deforming force body should regain its original configuration as such, ठीक है। मैं बॉडी ਤੇ ਸਟ੍ਰੈਸ ਲਗਾਈ, ਉਹਦੇ ਕਰਕੇ ਬॉडी 'ਚ ਸਟ੍ਰੇਨ ਬਿਲਟ ਅਪ ਹੋ ਗਈ,
मैं उतो स्ट्रेस रिमूव की ते होया ये कि स्ट्रेस दे रिमूव करन दे नाल बॉडी चो स्ट्रेन घट दी गई। हुण जे मेरी बॉडी परफेक्ट इलास्टिक नेचर दी होएगी, जे मेरी बॉडी परफेक्ट इलास्टिक नेचर दी होएगी ते आफ्टर द रिमूवल ऑफ डिफॉर्मिंग फोर्स, ठीक है, बॉडी शुड रीगेन इट्स ओरिजिनल कॉन्फ़िगरेशन एग्जैक्टली। ते ਉਹ ਅਸੀਂ ਕਹਿੰਨੇ ਕਿ ਵੀ ਇਹ ਕੰਡੀਸ਼ਨ ਵਿਦ ਇਨ ਇਲਾਸਟਿਕ ਲਿਮਿਟ ਰਹਿੰਦੀ ਆ। ਮਤਲਬ ਜੇ ਬਾਡੀ ਦੇ ਸਟ੍ਰੈਸ ਇੱਕ ਲਿਮਿਟ ਤੱਕ ਅਪਲਾਈ ਕਰਦਾ ਪਿਆ ਹਨਾ, ਤੇ ਉਸ ਮੂਵਮੈਂਟ ਤੇ ਉਹ ਲਿਮਿਟ ਕਿਹੜੀ ਆ ਕਿ ਜਿੱਥੇ ਤੱਕ ਬਾਡੀ ਜਿਹੜੀ ਆ ਸਟ੍ਰੈਸ ਦੇ ਹਟਣ ਤੋਂ ਬਾਅਦ, ਠੀਕ ਹੈ, ਆਪਣੀ ओरिजिनल ਸ਼ੇਪ ਲੈ ਸਕੇ। ਤੇ ਅਸੀਂ ਕਹਿੰਨੇ ਜੀ ਆਪਾਂ ਸਟ੍ਰੈਸ ਵਿਦ ਇਨ ਇਲਾਸਟਿਕ ਲਿਮਿਟ ਅਪਲਾਈ ਕੀਤੀ। ਇਹਦੇ ਲਈ ਕੱਲ ਮੈਂ ਇੱਕ ਐਗਜ਼ਾਮਪਲ ਯਾਨੀ ਕਹ ਲਓ ਇਹਦਾ ਐਕਸਪੈਰੀਮੈਂਟਲ ਐਨਾਲਿਸਿਸ ਜਿਹੜਾ ਹੈਗਾ ਉਹ ਦਿਖਾਇਆ ਸੀਗਾ ਕਿ ਜੇ ਆ ਮੇਰੇ ਕੋਲ ਕੋਈ ਸਪਰਿੰਗ ਗਿਵਨ ਆ, ਜੇ ਆ ਮੇਰੇ ਕੋਲ ਇੱਕ ਸਪਰਿੰਗ ਗਿਵਨ ਆ, ਇਹਦੀ ਨਾਰਮਲ ਅਸੀਂ ਐਸ ਚ ਇਹਦੇ ਇਧਰਲੇ ਪਾਸੇ ਅਸੀਂ ਮੰਨ ਲਓ ਪੁਆਇੰਟਰ ਲਾਇਆ ਹੋਵੇ, ਠੀਕ ਹੈ, ਇੱਥੇ ਮੇਰੇ ਕੋਲ ਕੋਈ ਸਕੇਲ ਲੱਗੀ ਹੋਈ ਆ, ਉਸ ਸਕੇਲ ਦੇ ਉੱਤੇ ਅਸੀਂ ਪੁਆਇੰਟਰ ਦੀ ਰੀਡਿੰਗ ਨੋਟ ਕਰ ਲਈ, ਇੱਥੇ ਮੇਰੇ ਕੋਲ ਕੁਝ ਹੈਗੀ ਆ, ਠੀਕ ਹੈ। ਤੇ ਹੁਣ ਬੇਸਿਕਲੀ ਪੁਆਇੰਟਰ ਜੇ ਪੂਰਾ ਸਹੀ ਲਾਵਾਂ ਤੇ ਆਪਾਂ ਪੁਆਇੰਟਰ ਇਦਾਂ ਰੱਖੀਦਾ ਬੇਟਾ ਕਿ ਇੱਥੇ ਉਹਦਾ 0 ਐਂਡ ਆ, ਇੱਥੇ ਉਹਦਾ 0 ਐਂਡ ਆ ਨੀਚੇ ਮੇਰੇ ਕੋਲ ਉਹਦੀ ਸਾਰੀ ਸਕੇਲ ਆ, ਠੀਕ ਹੈ। ਪੁਆਇੰਟਰ ਯਾਨੀ 0 ਪੁਆਇੰਟ ਨੂੰ ਕਹਿੰਦਾ ਜੀ ਕੋਰਸਪੌਂਡ ਕਰਦਾ ਪਿਆ, ਤੇ ਜਦੋਂ ਪੁਆਇੰਟਰ 0 ਪੁਆਇੰਟ ਦੇ ਕੋਰਸਪੌਂਡ ਕਰੇਗਾ ਇਹਦਾ ਮਤਲਬ ਆ ਕਿ ਸਪਰਿੰਗ ਇਸ ਵੇਲੇ ਆਪਣੀ ਰਿਲੈਕਸ ਸਟੇਟ ਚ ਪਿਆ ਵਾ, ਇਕੁਇਲਿਬ੍ਰੀਅਮ ਸਟੇਟ ਚ ਪਿਆ ਵਾ। ਤੇ ਜੇ ਮੈਂ ਇਸ ਸਪਰਿੰਗ ਦੇ ਲੋਅਰ ਐਂਡ ਦੇ ਉੱਤੇ ਇਹਨਾਂ ਇੱਕ ਪੈਨ ਅਟੈਚ ਕਰ ਦਵਾਂ ਤੇ ਆਪਾਂ ਕਹਿੰਦੇ ਜਿੱਦਾਂ ਜਿੱਦਾਂ ਪੈਨ ਚ weight ਐਡ ਕਰਦੇ ਜਾਓਗੇ ਸਪਰਿੰਗ ਮੇਰਾ ਸਟ੍ਰੈਚ ਹੁੰਦਾ ਜਾਏਗਾ, ਔਰ ਸਪਰਿੰਗ ਦੇ ਸਟ੍ਰੈਚ ਹੋਣ ਦਾ ਮਤਲਬ ਇਹ ਹੋਏਗਾ ਕਿ ਸਪਰਿੰਗ ਦੇ ਅੰਦਰ ਲੌਂਗੀਟਿਊਡਨਲ ਸਟ੍ਰੇਨ ਆਂਦੀ ਪਈ ਆ। ਤੇ ਜਦੋਂ ਸਪਰਿੰਗ ਦੇ ਅੰਦਰ ਲੌਂਗੀਟਿਊਡਨਲ ਸਟ੍ਰੇਨ ਪ੍ਰੋਡਿਊਸ ਹੋਏਗੀ ਸਟ੍ਰੈਸ ਦੇ ਅਪਲਾਈ ਕਰਨ ਨਾਲ, ਠੀਕ ਹੈ, ਅਸੀਂ ਹੌਲੀ 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 ਇੱਕ ਲਿਮਿਟ ਤੱਕ ਸਟ੍ਰੈਸ ਵਧਾਉਂਦੇ ਗਏ। ਇੱਕ ਲਿਮਿਟ ਤੋਂ ਬਾਅਦ ਜਾ ਕੇ ਮਤਲਬ ਮੰਨ ਲਓ ਅਸੀਂ ਕਹਿੰਦੇ 1 ਗ੍ਰਾਮ ਤੋਂ ਅਸੀਂ 10 ਗ੍ਰਾਮ ਤੱਕ ਜਿਹੜੀ ਸਟ੍ਰੈਸ ਇਹਦੇ ਉੱਤੇ ਅਪਲਾਈ ਕੀਤੀ ਆ, ਮਤਲਬ ਉਹਦੇ ਅਕੋਰਡਿੰਗਲੀ ਪੈਨ ਚ weight ਐਡ ਕੀਤਾ। ਫਿਰ ਅਸੀਂ 10 ਗ੍ਰਾਮ ਤੋਂ 9 ਗ੍ਰਾਮ 8 ਗ੍ਰਾਮ 7 ਗ੍ਰਾਮ ਮਤਲਬ ਪਹਿਲਾਂ ਲੋਡਿੰਗ ਕੀਤੀ, ਫਿਰ ਉਹਦੀ ਅਨਲੋਡਿੰਗ ਕਰ ਲਈ। ਜਦੋਂ ਅਨਲੋਡਿੰਗ ਕਰਕੇ ਵਾਪਸ ਅਸੀਂ ਇਹਨਾਂ 0 weight ਰਹਿਤਾ ਹਨਾ, ਉਸ ਮੂਵਮੈਂਟ ਤੇ ਜੇ ਸਪਰਿੰਗ ਦਾ ਪੁਆਇੰਟਰ ਵਾਪਸ ਆਪਣੀ 0 ਰੀਡਿੰਗ ਦਿਖਾ ਰਿਹਾ ਤੇ ਇਹਦਾ ਮਤਲਬ ਆ ਕਿ ਵੀ ਤੁਸੀਂ ਬਾਡੀ ਤੇ ਸਟ੍ਰੈਸ ਜਿਹੜੀ ਆ ਉਹ ਵਿਦ ਇਨ ਇਲਾਸਟਿਕ ਲਿਮਿਟ ਲਗਾਈ ਸੀ, ਜਿਹਦੇ ਕਰਕੇ ਸਪਰਿੰਗ ਆਪਣੀ ओरिजिनल ਕਨਫੀਗੂਰੇਸ਼ਨ ਚ ਐਗਜ਼ੈਕਟ ਆ ਜਾਏਗਾ, ਠੀਕ ਹੈ। ਉਸ ਮੂਵਮੈਂਟ ਤੱਕ ਫਿਰ ਜਿਹੜੀ ਬਾਡੀ ਨੇ ਸਟ੍ਰੈਸ ਅਕਮੋਡੇਟ ਕੀਤੀ ਆ ਉਹ ਡਿਸਾਈਡ ਕਰਦੀ ਬਾਡੀ ਦੀ ਇਲਾਸਟਿਕ ਲਿਮਿਟ ਕੀ ਹੋਏਗੀ। क्या ये निकल पहले समझ लग रही? Yes, sir. Yes, sir. ਹੁਣ Yes, ਇਸੇ sir. ਥਾਂ ਤੇ ਆਪਾਂ ਫਿਰ ਲਾਸਟ ਬੜੇ ਲਿੱਤੇ ਸੀਗੇ ਕਿ ਜੇ ਸਟ੍ਰੈਸ ਤੇ ਸਟ੍ਰੇਨ ਦਾ ਗ੍ਰਾਫ ਪਲਾਟ ਕਰੀਏ, ਜੇ ਅਸੀਂ ਸਟ੍ਰੈਸ ਵਰਸਸ ਸਟ੍ਰੇਨ ਦਾ ਗ੍ਰਾਫ ਪਲਾਟ ਕਰੀਏ ਤੇ ਉਸ ਇਨਸਟੈਂਟ ਤੇ ਜਿਹੜਾ ਗ੍ਰਾਫ ਆਂਦਾ ਵਾ ਸਟ੍ਰੈਸ ਸਟ੍ਰੇਨ ਦਾ ਹਨਾ, ਕਿਉਂਕਿ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਲੀਨੀਅਰਲੀ ਵੇਰੀ ਕਰ ਰਹੀਆਂ ਤੇ ਇਸ ਲਈ ਇਹਦਾ ਗ੍ਰਾਫ ਜਿਹੜਾ ਉਹ ਸਟ੍ਰੇਟ ਲਾਈਨ ਆ ਬੇਟਾ। ਉਹ ਕਹਿੰਦਾ ਬਟ ਦਿਸ ਗ੍ਰਾਫ ਰਿਮੇਨ ਟੂ ਬੀ ਸਟ੍ਰੇਟ ਲਾਈਨ ਓਨਲੀ ਅਪ ਟੂ ਇਲਾਸਟਿਕ ਲਿਮਿਟ। ਜੇ ਮੈਂ ਬਿਯੋਂਡ ਇਲਾਸਟਿਕ ਲਿਮਿਟ ਨਿਕਲ ਜਾਵਾਂਗਾ ਕਿ ਵੀ ਬਾਡੀ ਦੇ ਸਟ੍ਰੈਸ ਬਿਯੋਂਡ ਇਲਾਸਟਿਕ ਲਿਮਿਟ ਆਪਾਂ ਬਹੁਤ ਜ਼ਿਆਦਾ ਲਗਾ ਰਹੇ ਹਾਂ ਤੇ ਬਾਡੀ ਦੇ ਅੰਦਰ ਜਿਹੜੀ ਆ ਪਰਮਾਨੈਂਟ ਕੁਝ ਡਿਫਾਰਮੇਸ਼ਨ ਆਣੀਆਂ ਸ਼ੁਰੂ ਹੋ ਜੂ, ਠੀਕ ਹੈ। ਔਰ ਇੱਕ ਸਟੇਜ ਤੋਂ ਬਾਅਦ ਜਾ ਕੇ ਜਿਹਨੂੰ ਮੈਂ ਖਿੱਚੀ ਗਿਆ ਇੱਕ ਸਟੇਜ ਤੇ ਸਪਰਿੰਗ ਟੁੱਟ ਵੀ ਸਕਦਾ ਵਾ। ਇਹਦਾ ਮਤਲਬ ਇਹ ਚੀਜ਼ ਹੋਗੀ ਕਿ ਵੀ ਇੱਕ ਲਿਮਿਟ ਤੱਕ ਇਲਾਸਟਿਕ ਲਿਮਿਟ ਦਾ ਕੇਸ ਬਣੂਗਾ, ਉਸ ਤੋਂ ਬਾਅਦ ਬਾਡੀ ਦਾ ਬਿਹੇਵੀਅਰ ਜਿਹੜਾ ਉਹ ਲੈਸ ਇਲਾਸਟਿਕ ਹੋ ਕੇ ਪਲਾਸਟਿਕ ਬਿਹੇਵੀਅਰ ਬਣਨਾ ਸ਼ੁਰੂ ਹੋ ਜੂ, ਔਰ ਪਲਾਸਟਿਕ ਬਿਹੇਵੀਅਰ ਤੋਂ ਬਾਅਦ ਇੱਕ ਸਟੇਜ ਤੇ ਆ ਕੇ ਅਸੀਂ ਕਹਿੰਦੇ ਜੀ ਬਾਡੀ ਆਪਣਾ ਬ੍ਰੇਕਿੰਗ ਪੁਆਇੰਟ ਬਣਾਏਗੀ। ਇਹ ਸਾਰੀਆਂ ਚੀਜ਼ਾਂ ਨੂੰ ਅਗਲੇ ਟੌਪਿਕ 'ਚ ਆਪਾਂ ਡਿਸਕਸ ਕਰਾਂਗੇ ਜੀ। ਫॉर द ਟਾਈਮਿੰਗ ਆਪਾਂ ਇੱਥੇ ਤੱਕ ਗੱਲ ਖਤਮ ਕਰਨ ਲੱਗੇ ਕਿ ਸਟ੍ਰੈਸ ਔਰ ਸਟ੍ਰੇਨ ਦੋਨੋਂ ਦਾ ਗ੍ਰਾਫ ਸਟ੍ਰੇਟ ਲਾਈਨ ਹੋਏਗਾ if we apply the stress within the elastic limit। क्या इतनी गल क्लियर? Yes, sir. ਹੁਣ ਇਸੇ ਦੇ ਆਪਾਂ ਫਿਰ ਇਹਨੂੰ ਇਹ ਤੋਂ ਲੈ ਕੇ ਚੱਲੀਏ ਤੇ ਵੀ ਰਾਈਟ strain produced in the material is directly proportional to stress applied, ਠੀਕ ਹੈ। ਔਰ ਇਸੇ ਨੂੰ ਰਿਵਰਸ ਦੇ ਵਿੱਚ ਲਿਖ ਦਵਾਂ ਤੇ then we write stress equal to, ਠੀਕ ਹੈ, ਇੱਥੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਹਟਾ ਰਿਹਾ ਤੇ ਟਰਮ ਨੂੰ ਰਿਵਰਸ ਕਰਕੇ ਲਿਖਦਾ ਪਿਆ, ਠੀਕ ਹੈ। ਇਟ ਇਜ਼ ਇਕੁਅਲ ਟੂ E ਟਾਈਮਸ ਦਾ ਸਟ੍ਰੇਨ, ਠੀਕ ਹੈ, ਵੇਅਰ E ਅਸੀਂ ਡਿਫਾਈਨ ਕਿਹਨੂੰ ਕਰਨ ਲੱਗੇ, E is called as the coefficient of
E is called as the coefficient of elasticity or it's called as the modulus of elasticity. ਜਿਹੜਾ ਮੇਰੇ ਕੋਲ SHE ਹੋਏਗਾ ਇਹਨੂੰ ਅਸੀਂ ਕੋਐਫੀਸ਼ੀਐਂਟ ਆਫ ਇਲਾਸਟਿਸਿਟੀ ਜਾਂ ਮੋਡੂਲਸ ਆਫ ਇਲਾਸਟਿਸਿਟੀ ਕਵਾਂਗੇ। therefore E ਦੀ ਵੈਲਿਊ ਜੇ ਤੋਂ ਡਿਫਾਈਨ ਕਰਦਾ ਤੇ ਇਟ ਇਜ਼ ਦਾ ਰੇਸ਼ੋ ਆਫ ਸਟ੍ਰੈਸ ਟੂ ਸਟ੍ਰੇਨ, ਯਾਨੀ ਬਾਡੀ ਦੇ ਉੱਤੇ ਸਟ੍ਰੈਸ ਤੇ ਸਟ੍ਰੇਨ ਕਿੰਨੀ ਕਿੰਨੀ ਆ ਹਨਾ, ਇਹਦੀ ਰੇਸ਼ੋ ਜਿਹੜੀ ਉਹ ਮੋਡੂਲਸ ਨੂੰ ਡਿਫਾਈਨ ਕਰੇਗੀ। ਕਿਆ ਇੰਨੀ ਗੱਲ ਸਮਝ ਲੱਗੀ ਪਹਿਲਾਂ ਬੇਟਾ? Yes, sir. Yes, sir. ਜੇ ਗ੍ਰਾਫ ਤੋਂ ਗੱਲ ਕਰਾਂ ਉਹ ਕਹਿੰਦਾ ਜੀ ਗ੍ਰਾਫ ਤੋਂ ਆਪਾਂ ਜੇ ਇਸ ਗ੍ਰਾਫ ਦੀ ਸਲੋਪ ਕੈਲਕੂਲੇਟ ਕਰ ਦਈਏ, ਠੀਕ ਆ, ਸਲੋਪ ਜਿਹੜੀ ਕਿ tan ਥੀਟਾ ਨਾਲ ਨਿਕਲਦੀ ਹੈ, ਜੇ ਮੈਂ ਇਸ ਗ੍ਰਾਫ ਦੀ ਸਲੋਪ ਕੈਲਕੂਲੇਟ ਕਰਾਂ which is to be given by tan ਥੀਟਾ ਤੇ ਇੱਥੇ ਸਲੋਪ ਮੇਰੀ ਜਿਹੜੀ SH ਹੋਏਗੀ ਉਹ ਆ ਜਾਏਗੀ ਜੀ ਮੇਰੇ ਕੋਲ BA by BC AC by ਕਹਿੰਦਾ ਜੀ BC, ਠੀਕ ਹੈ, ਤੇ AC ਮੇਰੀ ਸਾਈਡ ਸਟ੍ਰੈਸ ਨੂੰ ਡਿਫਾਈਨ ਕਰਦੀ ਪਈ, BC ਮੇਰੀ ਸਾਈਡ ਸਟ੍ਰੇਨ ਡਿਫਾइन करती पई। ਇਹਦਾ ਮਤਲਬ ਸਟ੍ਰੈਸ ਬਾਈ ਸਟ੍ਰੇਨ ਬਣਿਆ, ਪਰ ਸਟ੍ਰੈਸ ਬਾਈ ਸਟ੍ਰੇਨ ਸਾਡਾ ਮੋਡੂਲਸ ਡਿਫਾਈਨ ਕਰਦਾ ਵਾ। ਇਹਦਾ ਮਤਲਬ ਇਸ ਗ੍ਰਾਫ ਦੀ ਸਲੋਪ ਤੋਂ ਜੋ ਕੈਲਕੂਲੇਟ ਕਰ ਸਕਦੇ ਆ ਉਹ ਮੇਰੇ ਕੋਲ ਮੋਡੂਲਸ ਆਫ ਇਲਾਸਟਿਸਿਟੀ ਦੀ ਵੈਲਿਊ ਆ ਜਾਏਗੀ। ਕਿਆ ਇੰਨਾ ਕਲੀਅਰ ਹੈ ਬੱਚੇ ਪਹਿਲੋਂ? Yes, sir. Yes, sir. ਇੰਨੇ ਚ ਕਿਸੇ ਨੂੰ ਕੋਈ ਡਾਊਟ ਹੈਗਾ ਕਿ ਇੰਨਾ ਸਮਝ ਲੱਗਿਆ? Clear, sir. Clear. Clear है sir. ओके जी, एक सेकेंड। Yes sir. चल ਹੁਣ ਇਸੇ ਤੋਂ ਅੱਗੇ ਕੰਟੀਨਿਊ ਕਰ ਰਹੇ ਹਾਂ ਜੀ। ਜਿਹੜਾ ਮੋਡੂਲਸ ਆਏਗਾ ਉਹ ਕਹਿੰਦਾ ਪੁੱਤ ਮੋਡੂਲਸ ਆਪਣੇ ਕੋਲ ਕਿੰਨੇ ਤਰ੍ਹਾਂ ਦੇ ਆ, ਤੇ ਆਪਾਂ ਤਿੰਨ ਟਾਈਪ ਦੇ ਮੋਡੂਲਸ ਡਿਫਾਈਨ ਕਰਨ ਲੱਗੇ ਆ, ਠੀਕ ਹੈ, ਡਿਪੈਂਡਿੰਗ ਅਪਨ ਸਟ੍ਰੈਸ ਕਿਹੜੀ ਔਰ ਉਹਦੇ ਅਕੋਰਡਿੰਗਲੀ ਸਟ੍ਰੇਨ ਕਿਹੜੀ ਆਪਣੇ ਕੋਲ। ਕਹਿੰਦਾ ਜੀ ਮੋਡੂਲਸ ਡਿਫਾਈਨ ਕਰੀਏ, ਮੋਡੂਲਸ ਡਿਫਾਈਨ ਕਰਾਂਗੇ ਆਪਣੇ ਕੋਲ ਤਿੰਨ ਟਾਈਪ ਦੇ ਮੋਡੂਲਸ ਆਣੇ। ਮੋਡੂਲਸ ਆਫ ਇਲਾਸਟਿਸਿਟੀ ਜਿਹੜੀ ਆ ਉਹਨਾਂ ਚ ਫਰਸਟ ਹੋਏਗਾ which is to be called as the young modulus। young modulus ਆ ਜਾਏਗਾ y ਨਾਲ ਡਿਫਾਈਨ ਕਰ ਦੇ। ਆਪਾਂ ਸਟ੍ਰੈਸ ਦੋ ਤਰ੍ਹਾਂ ਦੀ ਕੀਤੀ ਸੀ, ਠੀਕ ਹੈ ਜੀ, ਇੱਕ ਵਾਰੀ ਰਿਪੀਟ ਕਰ ਰਿਹਾ। ਸਟ੍ਰੈਸ ਦੀਆਂ ਦੋ ਟਾਈਪ ਸੀਗੀਆਂ, ਠੀਕ ਹੈ, ਇੱਕ ਆਪਣੇ ਕੋਲ ਸੀਗੀ ਨਾਰਮਲ ਸਟ੍ਰੈਸ, ਇੱਕ ਆਪਣੇ ਕੋਲ ਸੀਗੀ ਜਿਹੜੀ ਵੋਲਿਊਮ ਜਿਹੜੀ ਟੈਂਜੈਂਸ਼ੀਅਲ ਸਟ੍ਰੈਸ। ਸ਼ਾਰਟ ਚ ਚੱਲਾਂਗਾ, ਇੱਕ ਨਾਰਮਲ ਸਟ੍ਰੈਸ ਆ ਔਰ ਇੱਕ ਟੈਂਜੈਂਸ਼ੀਅਲ ਸਟ੍ਰੈਸ ਆ। ਔਰ ਸਟ੍ਰੇਨ ਆਪਣੇ ਕੋਲ ਜਿਹੜੀ ਸੀਗੀ ਕਿੰਨੇ ਤਰ੍ਹਾਂ ਦੀ ਸੀਗੀ ਜੀ? ਕਿਹੜੀ ਕਿਹੜੀ ਸਟ੍ਰੇਨ ਸੀਗੀ? Longitudinal and volumetric. ਐਂਡ ਥਰਡ ਸੀਗੀ ਸ਼ੀਅਰ ਸਟ੍ਰੇਨ, ਹੈ ਨਾ। ਇੱਕ ਆ ਜਾਏਗੀ ਲੌਂਗੀਟਿਊਡਨਲ ਸਟ੍ਰੇਨ, ਇੱਕ ਸੀਗੀ ਸਾਡੇ ਕੋਲ ਜਿਹੜੀ ਵੋਲਿਊਮੈਟ੍ਰਿਕ ਸਟ੍ਰੇਨ ਔਰ ਇੱਕ ਸੀਗੀ ਸਾਡੇ ਕੋਲ ਸ਼ੀਅਰ ਸਟ੍ਰੇਨ, ਠੀਕ ਹੈ। ਨਾਰਮਲ ਸਟ੍ਰੈਸ ਦੇ ਕਰਕੇ ਦੋ ਕੰਡੀਸ਼ਨਸ ਅਸੀਂ ਕਿਹਾ ਸੀ ਬਣ ਸਕਦੀਆਂ, ਜਾਂ ਲੈਂਥ ਜਾਂ ਅਸੀਂ ਉਹਦਾ ਵੋਲਿਊਮ ਦੀ ਚੇਂਜ ਦੇਖਦੇ ਹਾਂ। ਜੇ ਨਾਰਮਲ ਸਟ੍ਰੈਸ ਦੇ ਨਾਲ ਲੌਂਗੀਟਿਊਡਨਲ ਸਟ੍ਰੇਨ ਆ ਜਾਏ ਤੇ ਇਹਨਾਂ ਦੋ ਚੀਜ਼ਾਂ ਦੀ ਰੇਸ਼ੋ ਯੰਗ ਮੋਡੂਲਸ ਡਿਫਾਈਨ ਕਰੇਗੀ। ਜੇ ਨਾਰਮਲ ਸਟ੍ਰੈਸ ਨਾਲ ਵੋਲਿਊਮੈਟ੍ਰਿਕ ਸਟ੍ਰੇਨ ਆ ਜਾਏ ਤੇ ਮੇਰੇ ਕੋਲ ਜਿਹੜੀ ਐਸਐਚ ਕਹਿੰਦਾ ਜੀ ਜਿਹੜੀ ਸੈਕਿੰਡ ਮੇਰੇ ਕੋਲ ਬਲਕ ਮੋਡੂਲਸ ਨੂੰ ਡਿਫਾਈਨ ਕਰੇਗਾ। ਔਰ ਜੇ ਟੈਂਜੈਂਸ਼ੀਅਲ ਸਟ੍ਰੈਸ ਨਾਲ ਸ਼ੀਅਰ ਸਟ੍ਰੇਨ ਆ ਜਾਏ ਤੇ ਮੇਰੇ ਕੋਲ ਥਰਡ ਮੋਡੂਲਸ ਜਿਹੜਾ ਮੋਡੂਲਸ ਆਫ ਰਿਜਿਡਿਟੀ ਆਏਗਾ। ਯਾਨੀ ਤਿੰਨ ਮੋਡੂਲਸ ਆਪਾਂ ਇਨਵੋਲਵ ਕਰਨ ਲੱਗੇ, ਤਿੰਨ ਕੋਐਫੀਸ਼ੀਐਂਟ ਇਨਵੋਲਵਡ ਹੋਣੇ ਆ। ਫਰਸਟ ਵਨ ਇਜ਼ ਦਾ ਯੰਗ ਮੋਡੂਲਸ, ਠੀਕ ਹੈ। ਯੰਗ ਮੋਡੂਲਸ ਦੇ ਅੰਦਰ ਅਸੀਂ ਡਿਫਾਈਨ ਕਰਦੇ ਹਾਂ ਬਾਡੀ ਦੇ ਉੱਤੇ ਨਾਰਮਲ ਸਟ੍ਰੈਸ ਅਪਲਾਈ ਕਰ ਰਹੇ ਹਾਂ, ਬਾਡੀ ਦੇ ਉੱਤੇ ਨਾਰਮਲ ਸਟ੍ਰੈਸ ਅਪਲਾਈ ਕਰਦੇ ਪਏ ਔਰ ਇਹਦੇ ਕਰਕੇ ਬਾਡੀ ਦੇ ਅੰਦਰ ਲੌਂਗੀਟਿਊਡਨਲ ਸਟ੍ਰੇਨ ਆਏਗੀ। ਇਹਨੂੰ ਆਪਾਂ ਫਿਗਰ ਵਾਈਜ਼ ਇਹ ਕਿਹਾ ਸੀਗਾ ਕਿ ਜੇ ਆ ਮੇਰੇ ਕੋਲ ਕੋਈ ਇੱਕ ਵਾਇਰ ਗਿਵਨ ਆ, ਠੀਕ ਹੈ, ਤੁਸੀਂ ਇਸ ਵਾਇਰ ਦੇ ਉੱਤੇ ਜਦੋਂ ਫੋਰਸ ਅਪਲਾਈ ਕੀਤੀ ਇਹਦੀ ਸਰਫੇਸ ਦੇ ਪਰਪੈਂਡੀਕੂਲਰ, ਸਰਫੇਸ ਦੇ ਨਾਰਮਲ ਮੈਂ ਫੋਰਸ ਅਪਲਾਈ ਕਰਾਂ ਤੇ ਇਹਦੇ ਕਰਕੇ ਇਹਦੀ ਲੈਂਥ ਅੱਗੇ ਨਾਲੋਂ ਇਨਕਰੀਜ਼ ਜਾਂ ਲੈਂਥ ਇਹਦੀ ਅੱਗੇ ਨਾਲੋਂ ਡਿਕਰੀਜ਼ ਹੁੰਦੀ ਹੋਵੇ। ਮਤਲਬ ਜਦੋਂ ਬਾਡੀ ਤੇ ਆਪਾਂ ਐਸਐਚ ਡਾਊਨਵਰਡ ਫੋਰਸ ਲਗਾਈ ਲੈਂਥ ਇਨਕਰੀਜ਼, ਅਪਵਰਡ ਲਗਾਈ ਲੈਂਥ ਡਿਕਰੀਜ਼, ਬਟ ਦੋਨੋਂ ਵਾਰੀ ਫੋਰਸ ਸਰਫੇਸ ਦੇ ਨਾਰਮਲ ਆ, ਠੀਕ ਆ। ਤੇ ਉਦੋਂ ਬਾਡੀ ਦੀ ਲੈਂਥ ਵਿੱਚ ਕਿੰਨੀ ਚੇਂਜ ਆ ਤੇ ओरिजिनल ਲੈਂਥ ਕਿੰਨੀ ਆ, ਇਹਨਾਂ ਦੋ ਚੀਜ਼ਾਂ ਦੀ ਰੇਸ਼ੋ ਨਾਲ ਲੌਂਗੀਟਿਊਡਨਲ ਸਟ੍ਰੇਨ ਬਣਨੀ। ਸਟ੍ਰੈਸ ਫੋਰਸ ਬਾਈ ਏਰੀਆ ਨੂੰ ਕਹਿੰਦੇ ਆਪਾਂ, ਸਟ੍ਰੈਸ ਹਮੇਸ਼ਾ ਫੋਰਸ ਬਾਈ ਏਰੀਆ ਆਣਾ ਬੇਟਾ। ਤੇ ਇਹਨਾਂ ਦੋ ਚੀਜ਼ਾਂ ਦੀ ਰੇਸ਼ੋ ਜਿਹੜਾ ਮੋਡੂਲਸ ਡਿਫਾਈਨ ਕਰਦੀ ਦੈਟਸ ਦਾ ਯੰਗ ਮੋਡੂਲਸ। And young modulus is possible only in solid,
ठीक है लिक्विड दी या मेरे को गैसेस दी लेंथ च कोई चेंज नहीं आती लिक्विड और गैसेस के केस के अंदर वॉल्यूम दी चेंज पॉसिबल है लेंथ दी चेंज नहीं पॉसिबल इस करके अपन जे ये पूछा जाए कि भी एज सच आउट ऑफ कहना जी यंग मॉडुलस बल्क एंड द शेयर मॉडुलस ठीक है विच मॉडुलस इज पॉसिबल इन कहना जी सॉलिड ਤੇ ਸੋਲਿਡ ਦੇ ਅੰਦਰ ਮੇਰੇ ਕੋਲ ਜਿਹੜਾ ਵਾ ਅਸੀਂ ਕਹਿੰਦੇ ਜੀ ਯੰਗ ਮੋਡੂਲਸ ਜਿਹੜਾ ਉਹ ਪੋਸੀਬਲ ਹੋਏਗਾ ਕੀ ਗੱਲ ਸਮਝ ਲੱਗ ਰਹੀ Yes, sir. Yes, sir. ਚਲ ਹੁਣ ਜੇ ਇੱਥੇ ਫਾਰਮੂਲੇ ਵਾਈਜ਼ ਲਿਖ ਦਈਏ ਬੇਟਾ ਤੇ ਸਟ੍ਰੈਸ ਕਿਹਾ ਗਿਆ ਫੋਰਸ ਬਾਈ ਏਰੀਆ ਫੋਰਸ ਜਿਹੜੀ ਮਰਜ਼ੀ ਟਾਈਪ ਦੀ ਹੋਵੇ ਫੋਰਸ ਜਿਹੜੀ ਮਰਜ਼ੀ ਟਾਈਪ ਦੀ ਲਵਾਂ ਸਰਫੇਸ ਦੇ ਪਰਪੈਂਡੀਕੂਲਰ ਜਾਂ ਸਰਫੇਸ ਦੇ ਅਲੋਂਗ ਹਰ ਵਾਰੀ ਉਹਦਾ ਫਾਰਮੂਲਾ ਸਟ੍ਰੈਸ ਦਾ ਫੋਰਸ ਬਾਈ ਏਰੀਆ ਹੀ ਹੈ और longitudinal strain मेरी हैगी change in length by original length therefore अपने को young modulus का formula जेड़ा होएगा वो बन जाना f by a into delta l by l ते आ मेरे को ऐसा च young modulus नु कहना जी डिफाइन कर देगा और क्योंकि young modulus stress ते strain दी रेशियो आ और strain मेरे को ऐसा च यूनिट ते डायमेंशनलेस आ ठीक है मतलब जो यूनिट स्ट्रेस दा होएगा न्यूटन पर मीटर स्क्वायर ਉਹੀ ਯੂਨਿਟ ਤੁਹਾਡਾ ਯੰਗ ਮੋਡੂਲਸ ਦਾ ਵੀ ਹੋਏਗਾ ਯਾਨੀ ਯੂਨਿਟ ਵਾਈਜ਼ ਮੋਡੂਲਸ ਜਿਹੜਾ ਹੋਏਗਾ ਯੂਨਿਟ ਵਾਈਜ਼ ਮੋਡੂਲਸ ਜਿਹੜਾ ਹੋਏਗਾ ਉਹਦਾ ਯੂਨਿਟ ਤੇ ਡਾਈਮੈਂਸ਼ਨ ਸੇਮ ਸਟ੍ਰੈਸ ਵਾਲੀਆਂ ਰਹਿਣੀਆਂ मतलब प्रेशर वाली रहनी है क्योंकि स्ट्रेन अपने आप च यूनिट ते डायमेंशनलेस हैगी है बेटा क्या इन्नी गल क्लियर है जी Yes. Yes, sir. जे ਆਪਾਂ ਇਸ ਫਿਗਰ ਵਾਈਜ਼ ਇਹਨੂੰ ਏਰੀਆ ਨੂੰ ਲਿਖਣਾ ਹੋਵੇ ਇਹਦਾ ਕ੍ਰਾਸ ਸੈਕਸ਼ਨਲ ਰੇਡੀਅਸ ਜਿਹੜਾ ਹੋਏਗਾ ਜੇ ਉਹ r ਲੈ ਲਵਾਂ ਤੇ ਇਸ ਫਾਰਮੂਲੇ ਨੂੰ ਆਪਾਂ ਐਸਐਚ ਨੂਮੈਰੀਕਲ ਵੇਲੇ fl ਓਵਰ ਪਾਈ r ਸਕੁਅਰ ਇਨਟੂ ਡੈਲਟਾ l ਯਾਨੀ ਇਸ ਫਾਰਮ ਚ ਵੀ ਡਿਫਾਈਨ ਕਰ ਦਾਂਗੇ ਆ ਮੇਰੇ ਕੋਲ ਯੰਗ ਮੋਡੂਲਸ ਆ ਜਾਓ ਸੈਕਿੰਡ ਮੋਡੂਲਸ ਸਾਡਾ ਡਿਫਾਈਨਡ ਹੋ ਜਾਏਗਾ ਦੈਟਸ ਕਾਲਡ ਐਜ਼ ਆ ਕਹਿੰਦਾ ਜੀ ਬਲਕ ਮੋਡੂਲਸ ठीक है ਤੇ ਬਲਕ ਮੋਡੂਲਸ ਵੇਲੇ ਅਸੀਂ ਡਿਫਾਈਨ ਕਰਦੇ ਸਟ੍ਰੈਸ ਨਾਰਮਲ ਸਟ੍ਰੈਸ ਹੋਏਗੀ ਔਰ ਇਧਰੋਂ ਸਟ੍ਰੇਨ ਜਿਹੜੀ ਉਹ ਮੇਰੀ ਵੋਲੂਮੈਟ੍ਰਿਕ ਸਟ੍ਰੇਨ ਆ ਠੀਕ ਹੈ ਮਤਲਬ ਗਿਵਨ ਬਾਡੀ ਜਿਹੜੀ ਮੇਰੀ ਹੋਏਗੀ ਠੀਕ ਹੈ ਉਹਦੇ ਤੇ ਤੁਸੀਂ ਫੋਰਸ ਜਦੋਂ ਅਪਲਾਈ ਕੀਤੀ ਫੋਰਸ ਸਰਫੇਸ ਦੇ ਨਾਰਮਲ ਹੀ ਅਪਲਾਈ ਕੀਤੀ ਔਰ ਇਸ ਫੋਰਸ ਦੇ ਕਰਕੇ ਅਸੀਂ ਕਹਿੰਦੇ ਜੀ ਉਹਦੀ ਵੋਲਿਊਮ ਜਿਹੜਾ ਵਾ ਉਹ ਅੱਗੇ ਨਾਲੋਂ ਰਿਡਿਊਸ ਕਰ ਗਿਆ बाहर नु फोर्स लगा दा सरफेस दे परपेंडिकुलर अगेन वॉल्यूम इंक्रीज कर गया यानी इस केस दे अंदर ओदी वॉल्यूम दी चेंज आएगी ठीक है जदों बॉडी ते नॉर्मल स्ट्रेस लगेगी ते इसलिए बल्क मॉडुलस जेड़ा होएगा इट इज द रेशियो ऑफ ठीक है जी नॉर्मल स्ट्रेस ते इधरों स्ट्रेन मेरी वॉल्यूमेट्रिक आ जाएगी नॉर्मल स्ट्रेस टू दैट ऑफ द वॉल्यूमेट्रिक स्ट्रेन ठीक है ते फॉर्मूले वाइज नॉर्मल स्ट्रेस फिर सेम आएगा देयरफॉर अपने को आ गया दैट इज बल्क मॉडुलस दा फार्मूला फोर्स बाय एरिया ओवर डेल्टा v बाय b ठीक है इनो अपन डिफाइन करिए तो अपना फार्मूला बन गया f बाय a इनटू डेल्टा v बाय b हुन क्योंकि इथे वॉल्यूम दी चेंज आ और वॉल्यूम दी चेंज सॉलिड लिक्विड गैस सारियां च ही आ सकदी है इसलिए बल्क मॉडुलस तिन्ना स्टेट च पॉसिबल है दूजा ਆਪਾਂ ਜਦੋਂ ਲਿਕੁਇਡ ਜਾਂ ਗੈसेस ਦੀ ਗੱਲ ਕਰਾਂਗੇ ਤੇ ਇੱਥੇ ਆਪਾਂ ਆ ਵੇਰੀਏਬਲ ਜਿਹੜਾ ਕੰਬਾਈਨ ਕਰਕੇ ਪੜ ਲਾਂਗੇ ਫੋਰਸ ਬਾਈ ਏਰੀਆ ਮੇਰਾ ਪ੍ਰੈਸ਼ਰ ਬਣ ਗਿਆ ਠੀਕ ਹੈ ਤੇ ਇਹਦਾ ਆ ਫਾਰਮੂਲਾ ਸੀ ਇਦਾਂ ਲਿਖ ਲਾਂਗੇ -p * v ਓਵਰ ਡੈਲਟਾ v ਕਹਿੰਦਾ ਵੀ ਮਾਈਨਸ ਕਿਉਂ ਤੇ ਮਾਈਨਸ ਦਾ ਕਾਜ਼ ਇਹ ਹੋਏਗਾ ਜਦੋਂ ਪ੍ਰੈਸ਼ਰ ਇਨਕਰੀਜ਼ ਕਰਦਾ ਪਿਆ ਤੇ ਵੋਲਿਊਮ ਡਿਕਰੀਜ਼ ਕਰ ਰਿਹਾ ਠੀਕ ਹੈ ਔਰ ਜਦੋਂ ਪ੍ਰੈਸ਼ਰ ਨੂੰ ਅਸੀਂ ਕਹਿੰਦਾ ਜੀ ਐਸਾ ਡਿਕਰੀਜ਼ ਕਰਾ ਦਈਏ ਤੇ ਅਸੀਂ ਕਹਿੰਦੇ ਵੋਲਿਊਮ ਇਨਕਰੀਜ਼ ਕਰੇਗਾ ਇਹਦਾ ਮਤਲਬ ਪ੍ਰੈਸ਼ਰ ਤੇ ਵੋਲਿਊਮ ਇੱਕ ਦੂਜੇ ਨਾਲ ਰੈਸਿਪਰੋਕਲ ਵੇਰੀ ਕਰਦੇ ਉਸ ਰੈਸਿਪਰੋਸਿਟੀ ਨੂੰ ਇੱਥੇ ਅਸੀਂ ਮਾਈਨਸ ਨਾਲ ਜਸਟੀਫਾਈ ਕਰਦੇ ਆ क्या इतनी चीज क्लियर है Yes, sir. Yes, sir. Yes. चलो सो बल्क मॉडुलस दे नाल एक टर्म होर जुड़ जाती है ठीक है उसे डिफाइन करते हैं कंप्रेसिबिलिटी कंप्रेसिबिलिटी नु ਅਸੀਂ k ਨਾਲ डिफाइन कर देने बेटा ਤੇ कंप्रेसिबिलिटी इज नथिंग बट इट इज द टर्म ਕਹਿੰਦਾ ਜੀ which is reciprocal to that of a bulk modulus यानी बल्क मॉडुलस दे रेसिप्रोकल टर्म ਦਾ ਵੀ ਇੱਕ ਨਾਮ ਆ ਕਿ ਤੁਹਾਡੇ ਕੋਲ ਅਸੀਂ ਕਹਿੰਦੇ ਗੈसेस आर हाईली कंप्रेसिबल
है ना, ਇਹਦਾ ਮਤਲਬ ਗੈਸਿਸ ਦੇ ਵੋਲਿਊਮ ਦੀ ਚੇਂਜ ਬਹੁਤ ਜ਼ਿਆਦਾ ਆ ਸਕਦੀ ਆ। ਉਹ ਕਹਿੰਦਾ ਇਹਦਾ ਮਤਲਬ ਹੋਇਆ ਕਿ ਗੈਸਿਸ ਹਾਈਲੀ ਕੰਪਰੈਸਿਬਲ ਆ ਤੇ ਉਹਦੀ ਕੰਪਰੈਸਿਬਿਲਿਟੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਬਲਕ ਮੋਡੂਲਸ ਨਾਲ ਅਸੀਂ ਮੇਜਰ ਕਰਦੇ ਆ। ਠੀਕ ਹੈ, ਤੇ ਅਸੀਂ ਕਹਿੰਦੇ ਜੀ ਗੈਸਿਸ ਕਿੰਨੀਆਂ ਕੰਪਰੈਸਿਬਲ ਆ, ਉਹ ਡਿਫਾਈਨ ਹੋਏਗਾ ਉਹਦੇ ਬਲਕ ਮੋਡੂਲਸ ਦੇ ਬਿਹਾਫ ਤੇ ਕੰਪਰੈਸਿਬਿਲਿਟੀ ਰੈਸੀਪ੍ਰੋਕਲ ਟੂ that of the ਬਲਕ ਮੋਡੂਲਸ ਹੋਏਗੀ। ਸੋ ਬਲਕ ਮੋਡੂਲਸ ਦਾ ਰੈਸੀਪ੍ਰੋਕਲ ਕੰਪਰੈਸਿਬਿਲਿਟੀ ਔਰ ਬਲਕ ਮੋਡੂਲਸ ਜਿਹੜਾ ਵਾ ਉਹ ਤੁਹਾਡੇ ਕੋਲ ਐਸਾ ਚ ਕਹਿੰਦਾ ਜੀ ਨਾਰਮਲ ਸਟ੍ਰੈਸ ਤੇ ਵੋਲੂਮੈਟ੍ਰਿਕ ਸਟ੍ਰੇਨ ਦੀ ਰੇਸ਼ੋ। क्या इना क्लियर? Yes, sir. Yes, Yes, sir. sir. जेड़ा थर्ड ਤੁਹਾਡੇ ਕੋਲ ਮੋਡੂਲਸ ਆ ਜਾਏਗਾ, ठीक है, जेड़ा अपने को थर्ड मॉडुलस आ जाना, थर्ड मॉडुलस ਨੂੰ ਅਸੀਂ ਨਾਮ ਜੇ ਦਈਏ ਬੇਟਾ, ਇਹਨੂੰ ਅਸੀਂ ਸ਼ੀਅਰ ਮੋਡੂਲਸ, ਇਹਨੂੰ ਅਸੀਂ ਸ਼ੀਅਰ ਮੋਡੂਲਸ ਜਾਂ ਇਹਦੀ ਥਾਂ ਤੇ ਵਰਡ ਯੂਜ਼ ਹੁੰਦਾ ਇਹਨੂੰ ਅਸੀਂ ਕਹਿੰਦੇ ਮੋਡੂਲਸ ਆਫ ਰਿਜਿਡਿਟੀ। ठीक है, शेयर मॉडुलस ਦੀ ਵੈਲਿਊ ਜਾਂ ਮੋਡੂਲਸ ਆਫ ਰਿਜਿਡਿਟੀ ਦੀ ਵੈਲਿਊ ਮੇਰੇ ਕੋਲ ਕਹਿੰਦਾ ਜੀ ਕਿੱਦਾਂ ਕੱਢਾਂਗੇ। ਹੁਣ ਉੱਪਰੋਂ ਦੇਖੀਏ ਤੇ ਆਪਣੇ ਕੋਲ ਦੋ ਚੀਜ਼ਾਂ ਰਹਿ ਗਈਆਂ। ਨਾਰਮਲ ਸਟ੍ਰੈਸ ਨਾਲ ਦੋ ਕੰਮ ਹੋ ਸਕਦੇ ਸੀਗੇ, ਠੀਕ ਹੈ, ਲੈਂਥ ਦੀ ਚੇਂਜ ਜਾਂ ਵੋਲਿਊਮ ਦੀ, ਉਹ ਦੋਨੋਂ ਕੰਪਲੀਟ ਆ। ਹੁਣ ਇਧਰੋਂ ਸਟ੍ਰੈਸ ਰਹਿ ਗਈ ਟੈਂਜੈਂਸ਼ੀਅਲ ਔਰ ਸਟ੍ਰੇਨ ਰਹਿ ਗਈ ਮੇਰੇ ਕੋਲ ਸ਼ੀਅਰ ਸਟ੍ਰੇਨ। ਇਹਦੇ ਲਈ ਆਪਾਂ ਕੱਲ ਫਿਗਰ ਬਣਾਈ ਸੀਗੀ ਕਿ ਜੇ ਮੇਰੇ ਕੋਲ ਕੋਈ ਇੱਕ ਗਿਵਨ ਸ਼ੇਪ ਆ, ਠੀਕ ਹੈ, ਕੋਈ ਮੇਰੇ ਕੋਲ ਇੱਕ ਕਿਊਬਿਕਲ ਸ਼ੇਪ ਚ ਕੋਈ ਬੋਡੀ ਗਿਵਨ ਆ, ਇੱਥੇ ਕਰਿਆ ਚਲੋ ਮੇਰੇ ਕੋਲ ਜੇ ਐਸਾ ਕਹਿੰਦਾ ਜੀ ਕੋਈ ਇੱਕ ਬੋਡੀ ਗਿਵਨ ਆ, ਆਪਾਂ ਇਹ ਅਸੀਂ ਇਹਦੇ ਫੇਸ ਦੇ ਉੱਤੇ ਜੇ ਆਪਾਂ ਫੋਰਸ ਅਪਲਾਈ ਕਰਦੇ ਆ ਤੇ ਇਹਦਾ ਫੇਸ ਆਪਣੀ ਥਾਂ ਤੋਂ ਜੇ ਅਸੀਂ ਡਿਸਪਲੇਸ ਕਰੀਏ, ਆ ਸੀਗਾ ਆਪਣੇ ਕੋ ਕਿ ਜੇ ਇਸ ਮੂਵਮੈਂਟ ਤੇ ਆਪਾਂ ਇਹਦੇ ਆ ਲੋਅਰ ਐਜ ਨੂੰ ਅਸੀਂ ਕਿਹਾ ਸੀ ਜੀ ਫਿਕਸ ਕਰ ਦਿੱਤਾ, ਲੋਅਰ ਐਜ ਦਾ ਆਪਣੀ ਥਾਂ ਤੇ ਅਸੀਂ ਫਿਕਸ ਕੀਤਾ ਹੋਇਆ ਤੇ ਟੌਪ ਫੇਸ ਤੇ ਮੈਂ ਫਾਰਵਰਡ ਫੋਰਸ ਲਗਾ ਰਿਹਾ। ठीक है, यानी आ टॉप फेस अपनी पोजीशन तो जे डिस्प्लेस कर दिए, ठीक है, टॉप फेस अपनी पोजीशन तो जे ਅਸੀਂ डिस्प्लेस करिए ਤੇ ਉਸ ਇਨਸਟੈਂਟ ਤੇ ਇਹਦੇ ਫੇਸ ਦੀ ਜਦੋਂ ਡਿਸਪਲੇਸਮੈਂਟ ਹੋਣੀ ਆ ਤੇ ਇਸ ਕੇਸ 'ਚ ਆਪਾਂ ਕਿਹਾ ਸੀ ਨਾ ਤਾਂ ਉਹਦੀ ਲੈਂਥ ਚੇਂਜ ਹੋਣੀ ਆ, ਜੇ ਆ ਮੇਰੇ ਕੋਲ ਨਵੀਂ ਕੰਡੀਸ਼ਨ ਬਣ ਜੇ ਬੇਟਾ ਤੇ ਇਹਨੂੰ ਮੈਂ ਕਾਪੀ ਦੇ ਉੱਤੇ ਤੁਹਾਨੂੰ ਇਦਾਂ ਦਿਖਾਇਆ ਸੀਗਾ ਕਿ ਜੇ ਆ ਟੌਪ ਫੇਸ ਹੋਏਗਾ, ਇਹਦੇ ਟੌਪ ਫੇਸ ਆ ਬਾਟਮ ਫੇਸ ਨੂੰ ਮੈਂ ਥੱਲੇ ਹੱਥ ਨਾਲ ਗ੍ਰਿਪ ਕਰ ਲਿਆ, ਇਹਦੇ ਟੌਪ ਫੇਸ ਤੇ ਜੇ ਮੈਂ ਫੋਰਸ ਲਗਾਵਾਂ ਤੇ ਇੱਥੋਂ ਮੇਰੀ ਬਾਡੀ ਜਿਹੜੀ ਆ ਉਹ ਇਸ ਵੇ ਨਾਲ ਡਿਸਪਲੇਸ ਹੋਵੇ ਤੇ ਇਹਦਾ ਮਤਲਬ ਹੋ ਗਿਆ ਕਿ ਇਹਦੇ ਫੇਸ ਦੀ ਡਿਸਪਲੇਸਮੈਂਟ ਹੋਈ ਹੈ ਤੇ ਫੇਸ ਦੀ ਡਿਸਪਲੇਸਮੈਂਟ ਵਾਸਤੇ ਜਿਹੜੀ ਫੋਰਸ ਆ ਉਹ ਸਰਫੇਸ ਦੇ ਅਲੋਂਗ ਲੱਗੀ, ਯਾਨੀ ਟੈਂਜੈਂਟ ਟੂ ਦਾ ਸਰਫੇਸ ਲੱਗੀ ਤੇ ਅਸੀਂ ਕਹਿੰਦੇ ਜੀ ਟੈਂਜੈਂਸ਼ੀਅਲ ਸਟ੍ਰੈਸ ਲਗਾਈ ਔਰ ਉਸ ਵੇਲੇ ਇੱਥੇ ਉਹਦੀ ਜਿਹੜੀ ਸ਼ੀਅਰ ਸਟ੍ਰੇਨ ਆ ਗਈ, ਸ਼ੀਅਰ ਸਟ੍ਰੇਨ ਐਂਗਲ ਦੀ ਫਾਰਮ ਚ ਮੇਜਰ ਕਰਦੇ ਤੇ ਫਿਰ ਕਿੰਨੀ ਸਟ੍ਰੈਸ ਅਪਲਾਈ ਕੀਤੀ ਔਰ ਉਹਦੇ ਕੋਰਸਪੋਂਡਿੰਗ ਸਟ੍ਰੇਨ ਕਿੰਨੀ ਹੈ ਨਾ। ਇੱਥੇ ਆਪਾਂ ਕਿਹਾ ਸੀ ਜੀ ਇਹਨੂੰ ਐਂਗਲ ਦੀ ਫਾਰਮ ਚ ਅਸੀਂ ਥੀਟਾ ਲਿਖ ਦਈਏ, ਫੇਸ ਆਪਣੀ ਥਾਂ ਤੋਂ ਜਿਹੜਾ ਫੇਸ ਆ ਉਹ ਆਪਣੀ ਥਾਂ ਤੋਂ ਜੇ ਮੇਰੇ ਕੋਲ ਡੈਲਟਾ ਐਲ ਡਿਸਪਲੇਸ ਹੋਇਆ ਵਾ, ਠੀਕ ਹੈ, ਫੇਸ ਮੇਰੇ ਕੋਲ ਆਪਣੀ ਪੋਜੀਸ਼ਨ ਤੋਂ ਡੈਲਟਾ ਐਲ ਡਿਸਪਲੇਸ ਹੋ ਜੇ ਔਰ ਜਿਹੜਾ ਮੂਵੇਬਲ ਤੇ ਫਿਕਸਡ ਫੇਸ ਦੇ ਵਿਚਲਾ ਪਰਪੈਂਡੀਕੂਲਰ ਡਿਸਟੈਂਸ ਆ, ਜਿਹੜਾ ਮੂਵੇਬਲ ਤੇ ਫਿਕਸਡ ਫੇਸ ਦੇ ਵਿੱਚ ਪਰਪੈਂਡੀਕੂਲਰ ਮੇਰੇ ਕੋਲ ਡਿਸਟੈਂਸ ਆ, ਫੋਰਸ ਆਪਾਂ ਇਸ ਵੇ ਨਾਲ ਲਗਾਈ ਆ ਤੇ ਇਹਨਾਂ ਦੋਨਾਂ ਫੇਸਿਸ ਦੇ ਵਿਚਲਾ ਜਿਹੜਾ ਮੇਰੇ ਕੋਲ ਪਰਪੈਂਡੀਕੂਲਰ ਡਿਸਟੈਂਸ ਆ ਉਹਨੂੰ ਐਲ ਰੱਖ ਲਵਾਂ ਤੇ ਟੌਪ ਫੇਸ ਤੇ ਮੈਂ ਫਾਰਵਰਡ ਫੋਰਸ ਲਗਾ ਦਵਾਂ ਤੇ ਇਸ ਇਨਸਟੈਂਟ ਦੇ ਉੱਤੇ ਫਿਰ ਜਿਹੜੀ ਮੇਰੇ ਕੋਲ ਥੀਟਾ ਦੀ ਫਾਰਮ 'ਚ ਡੈਫੀਨੇਸ਼ਨ ਬਣੀ, ਥੀਟਾ ਡਿਫਾਈਨ ਕੀਤਾ ਸੀਗਾ ਆਰਕ ਡੈਲਟਾ ਐਲ ਆ ਗਈ ਔਰ ਰੇਡੀਅਸ ਮੇਰਾ ਐਲ ਆ ਗਿਆ ਤੇ ਇਹਦਾ ਮਤਲਬ ਜਿਹੜੀ ਸ਼ੀਅਰ ਸਟ੍ਰੇਨ ਸੀਗੀ ਉਹ ਡੈਲਟਾ ਐਲ ਬਾਈ ਐਲ ਸੀਗੀ। ਕਿਆ ਇੰਨੀ ਚੀਜ਼ ਕਲੀਅਰ ਸਾਰਿਆਂ ਨੂੰ? Yes, sir. Yes, sir. ਤੇ ਆਪਾਂ Yes, sir. ਸ਼ੀਅਰ ਮੋਡੂਲਸ ਨੂੰ ਡਿਫਾਈਨ ਕਰੀਏ ਤੇ ਸ਼ੀਅਰ ਮੋਡੂਲਸ ਅਸੀਂ G ਨਾਲ ਡਿਫਾਈਨ ਕਰਦੇ ਹਾਂ ਐਂਡ ਇਟ ਇਜ਼ ਦਾ ਰੇਸ਼ੀਓ ਆਫ ਟੈਂਜੈਂਸ਼ੀਅਲ ਸਟ੍ਰੈਸ ਓਵਰ ਕਹਿੰਦਾ ਜੀ ਸ਼ੀਅਰ ਸਟ੍ਰੇਨ। ਸਟ੍ਰੈਸ ਪਹਿਲਾਂ ਵੀ ਕਿਹਾ ਜਿਹੜੀ ਮਰਜ਼ੀ ਹੋਵੇ ਡਾਇਰੈਕਸ਼ਨ ਆਫ ਫੋਰਸ ਚੇਂਜ ਹੋਈ ਆ, ਠੀਕ ਹੈ, ਮੈਗਨੀਟਿਊਡ ਉਹੀ ਹੋਏਗਾ, ਯਾਨੀ ਇੱਥੇ ਵੈਲਿਊ F by A ਔਰ ਸ਼ੀਅਰ ਸਟ੍ਰੇਨ ਅਸੀਂ ਥੀਟਾ ਨਾਲ ਲਿਖਦੇ ਨੇ ਔਰ ਥੀਟਾ ਦੀ ਵੈਲਿਊ ਇਤੋਂ ਪੁੱਟ ਅਪ ਕਰਨੀ ਹੋਵੇ ਤਾਂ ਆਪਣਾ ਫਾਰਮੂਲਾ F by A into delta L by L। ਫਾਰਮੂਲਾ ਇਹਨਾਂ ਰਲਦਾ ਪਰ ਮੈਂ ਕੱਲ ਵੀ ਕਿਹਾ ਸੀ ਬੇਟਾ ਇੱਥੇ ਡੈਲਟਾ L ਇਨਕਰੀਜ਼ ਔਰ ਡਿਕਰੀਜ਼ ਇਨ ਲੈਂਥ ਆ, ਇੱਥੇ ਡੈਲਟਾ L ਤੁਹਾਡੇ ਫੇਸ ਦੀ ਡਿਸਪਲੇਸਮੈਂਟ ਆ, ਠੀਕ ਹੈ, ਉੱਥੇ L ਮੇਰੇ ਕੋਲ ਇਹਦੀ ओरिजिनल ਲੈਂਥ ਆ, ਇੱਥੇ L ਜਿਹੜਾ ਵਾ ਫਿਕਸਡ ਤੇ ਮੂਵੇਬਲ ਫੇਸਿਸ ਦੇ ਵਿਚਲਾ ਪਰਪੈਂਡੀਕੂਲਰ ਡਿਸਟੈਂਸ ਆ। ਕਿਆ ਆ ਫਾਰਮੂਲਾ ਕਲੀਅਰ ਆ? Yes, sir. Yes, sir. Yes, sir.
एक बारी निगाह मार लो, जे वेरिएबल किसी का कोई डाउट आ तो एक बारी जल्दी जल्दी दसोगे, जे एक क्लीयर है सारे मॉडल्स तो फिर आप नेक्स्ट पे चलिए बेटा जल्दी। क्या तिन्ने मॉडल्स क्लीयर है सारे नु? Yes, sir. कोई बाकी हैगे कि सुते पे हो? Yes, sir. Yes, sir. Clear है. Yes, sir. चलो Yes. एक टॉपिक नोट करो अपनी कॉपी दे उत्ते, डिटरमिनेशन ऑफ यंग मॉडुलस ऑफ द मटेरियल ऑफ द वायर। डिटरमिनेशन ऑफ यंग मॉडुलस ऑफ द मटेरियल ऑफ द वायर। ये एक्सपेरिमेंटल सेटअप ਤੁਹਾਡੇ ਸਿਲੇਬਸ ਚੋਂ ਕੱਟਿਆ ਗਿਆ ਹੋਇਆ, ਇਹ ਹੈ ਨਹੀਂਗਾ, एक्सपेरिमेंट आ दिता होया Sir, दोबारा तो बोल। डिटरमिनेशन ऑफ यंग मॉडुलस ऑफ मटीरियल ऑफ द वायर। एक्सपेरिमेंट उदा ਤੁਹਾਡੇ ਹੈਗਾ ਵਾ, ਉਹ ਚ ਤੁਹਾਨੂੰ ਉਹਨਾਂ ਨੇ ਕਵਰ ਕਰਾਣਾ ਵਾ। ਇਹ ਟੌਪਿਕ ਨਹੀਂ ਆਣਾ ਆਪਣੇ ਥਿਉਰੀ ਸਿਲੇਬਸ ਦੇ ਅੰਦਰ, ਪਰ ਇਹਦਾ ਪ੍ਰੈਕਟੀਕਲ ਹੈਗਾ ਵਾ। ओके जी, Yes, sir. चलो ਇਹਦੀ ਇੱਕ ਫੋਟੋ ਕਲਿੱਕ ਕਰ ਦੇ, ਫਿਰ ਕਰਦੇ ਕੰਟੀਨਿਊ। चलो नेक्स्ट टॉपिक पुत जेड़ा अपने कोल बनना, ठीक है, थोड़ा जिहा थ्योरेटिकल टॉपिक आ, समझण वाला ही आ। स्ट्रेस स्ट्रेन रिलेशनशिप इन ए वायर। स्ट्रेस स्ट्रेन रिलेशनशिप इन ए वायर टॉपिक बनना की है। उन्हें पुत अपने को डिफाइन किया कि जे मेरे को एक कोई मान लो वायर गिवन आ, ठीक है, उस वायर दे उत्ते जे मैं स्ट्रेस ਵਧਾਉਂਦਾ ਜਾਵਾਂ ਤੇ उस वायर ਦੇ ਅੰਦਰ स्ट्रेन ਜਿਹੜੀ ਉਹ ਵੀ ਕਹਿੰਦਾ ਜੀ ਮੇਰੇ ਕੋਲ ਚੇਂਜ ਹੋਏਗੀ, ਇਨਕਰੀਜ਼ ਹੋਏਗੀ। ਉਹ ਕਹਿੰਦਾ ਜੇ ਇੱਕ ਲਿਮਿਟ ਤੋਂ ਬਿਯੋਂਡ, ਜਿਹਨੂੰ ਇਲਾਸਟਿਕ ਲਿਮਿਟ ਕਹਿੰਦੇ ਆ, ਜੇ ਇੱਕ ਲਿਮਿਟ ਤੋਂ ਬਿਯੋਂਡ ਮੈਂ ਬਾਡੀ ਤੇ ਸਟ੍ਰੈਸ ਅਪਲਾਈ ਕਰਾਂ ਤੇ ਵਾਇਰ ਦੇ ਅੰਦਰ ਕੀ ਚੇਂजेस ਆਣਗੀਆਂ। ਆਪਾਂ ਇਹਨੂੰ ਪ੍ਰੈਕਟੀਕਲੀ ਸੋਚੇ ਤਾਂ ਇਦਾਂ ਕਹਿ ਰਹੇ ਕਿ ਮੰਨ ਲਓ ਇੱਥੇ ਇੱਕ ਵਾਇਰ ਲਟਕਾਈ ਹੋਈ ਆ, ਉਹਨੂੰ ਵਾਇਰ ਉੱਤੇ ਮੈਂ ਥੱਲੇ ਖਿੱਚੀ ਜਾਣਾ। ਸ਼ੁਰੂ ਦੇ ਵਿੱਚ ਜਦੋਂ ਮੈਂ ਉਸ ਨੂੰ ਖਿੱਚਦਾ ਪਿਆ ਵਾਂ ਤੇ ਮੇਰਾ ਜ਼ੋਰ ਜਿਹੜਾ ਵਾ ਉਹ ਵਾਵਾ ਲੱਗਦਾ ਪਿਆ, ਸਟ੍ਰੈਸ ਉਹਦੇ ਹਿਸਾਬ ਨਾਲ ਲਗਾਈ ਜਾਂਦੇ, ਸਟ੍ਰੇਨ ਵੀ ਆਉਂਦੀ ਜਾ ਰਹੀ ਆ। ਇੱਕ ਲਿਮਿਟ ਤੋਂ ਬਾਅਦ ਜਾ ਕੇ ਮੈਂ ਦੇਖਿਆ ਤਾਰ ਜਿਹੜੀ ਨਾ ਉਹ ਵਿੱਚੋਂ ਪਤਲੀ ਹੋਣੀ ਸ਼ੁਰੂ ਹੋ ਗਈ। ਸਮਝ ਲੱਗਦੀ ਵੀ ਜੋ ਦੱਸਦਾ ਪਿਆ? Yes, sir. Yes. ਜਿਹੜੀ ਆਪਣੇ ਕੋਲ ਵਾਇਰ ਹੋਏਗੀ, ਜਦੋਂ ਆਪਾਂ ਨੂੰ ਬਹੁਤ ਖਿੱਚੀ ਜਾਂਦੇ ਪਏ ਆ ਹਨਾ, ਤੇ ਉਹ ਵਾਇਰ ਬੇਟਾ ਮੇਰੇ ਕੋਲ ਐਸਾ ਕਹਿੰਦਾ ਜੀ ਪਤਲੀ ਹੋਣੀ ਸ਼ੁਰੂ ਹੋ ਗਈ। ਹੌਲੀ 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 ਉਹ ਵਾਇਰ ਵਿਚਲਾ ਪੋਰਸ਼ਨ ਜਿਹੜਾ ਉਹ ਇੰਨਾ ਕੁ ਬਰੀਕ ਹੋਣਾ ਸ਼ੁਰੂ ਹੋ ਗਿਆ ਕਿ ਇੱਕ ਪੁਆਇੰਟ ਤੇ ਆ ਕੇ ਅਸੀਂ ਕਹਿੰਦਾ ਜੀ ਇਹਨੂੰ ਮਾੜਾ ਜਿਹਾ ਹੱਥ ਹੀ ਲਾਇਆ ਸੀ ਮੈਂ, ਮੈਂ ਤਾਂ ਇਹਨੂੰ ਖਿੱਚਿਆ ਵੀ ਨਹੀਂ ਸੀ, ਠੀਕ ਹੈ, ਉਹ ਵਾਇਰ ਮੇਰੀ ਬ੍ਰੇਕ ਕਰ ਗਈ। ਇਹਦਾ ਮਤਲਬ ਇਹ ਹੋ ਗਿਆ ਕਿ ਵਾਇਰ ਦੇ ਬ੍ਰੇਕ ਕਰਨ ਤੋਂ ਪਹਿਲਾਂ ਤੱਕ ਉਹ ਵਾਇਰ ਕਿਹੜੀ ਕਿਹੜੀ ਸਟੇजेस ਦੇ ਵਿੱਚੋਂ ਪਾਸ ਹੋ ਰਹੀ ਹੈ, ਠੀਕ ਹੈ, ਉਸ ਨੂੰ ਅਸੀਂ ਐਸ ਐਚ ਸਟ੍ਰੈਸ ਸਟ੍ਰੇਨ ਰਿਲੇਸ਼ਨਸ਼ਿਪ ਇਨ ਵਾਇਰ ਵਾਲੇ ਟੌਪਿਕ ਦੇ ਅੰਦਰ ਡਿਸਕਸ ਕਰਨਾ ਵਾ। ਠੀਕ ਹੈ, ਹੁਣ ਇਹਦੇ ਬਿਹਾਫ ਤੇ ਆਪਾਂ ਇਹਨੂੰ ਕਿੱਥੇ ਜਾ ਕੇ ਪ੍ਰੈਕਟੀਕਲੀ ਇਹਦੀ ਐਪਲੀਕੇਸ਼ਨਸ ਲੈਣੇ। ਹੁਣ ਇਹ ਐਸ ਐਚ ਜਿੱਦਾਂ ਮੰਨ ਲਓ ਮੇਰੇ ਕੋਲ ਕੋਈ ਬ੍ਰਿਜ ਬਣਦੇ ਆ, ਠੀਕ ਹੈ, ਬ੍ਰਿਜਸ ਦੇ ਨੀਚੇ ਅਸੀਂ ਜਿਹੜੇ ਆਇਰਨ ਦੇ ਗਾਰਡਰਸ ਲਗਾਉਂਦੇ ਆ, ਗਾਰਡਰ ਜਿਨ੍ਹਾਂ ਨੂੰ ਪੰਜਾਬੀ ਚ ਕਹਿ ਦਿੰਦੇ ਅਸੀਂ, ਠੀਕ ਹੈ, ਉਹਦੇ ਤੇ ਜਦੋਂ ਐਸ ਐਚ ਮੇਰੇ ਕੋਲ ਟਰੱਕ ਨਿਕਲ ਕੇ ਜਾਂਦਾ ਬ੍ਰਿਜ ਦੇ ਉੱਤੋਂ, ਤੇ ਬੇਸਿਕਲੀ ਜਿਹੜੇ ਥੱਲੇ ਸਪੋਰਟਿੰਗ ਗਾਰਡਰਸ ਲੱਗੇ ਹੋਏ ਨੇ ਉਹਦੇ ਉੱਤੇ ਐਸ ਐਚ ਸਟ੍ਰੈਸ ਐਗਜ਼ਰਟ ਹੋਈ ਆ, ਉਹਦੇ ਕਰਕੇ ਉਸ ਗਾਰਡਰ ਦੇ ਅੰਦਰ ਸਟ੍ਰੇਨ ਬਣੀ। ਠੀਕ ਹੈ, ਜੇ ਉਹ ਐਸ ਐਚ ਮੰਨ ਲਓ ਸਟ੍ਰੈਸ ਜਿਹੜੀ ਆ ਉਹ ਬਿਯੋਂਡ ਇਲਾਸਟਿਕ ਲਿਮਿਟ ਉੱਤੇ ਅਪਲਾਈ ਹੁੰਦੀ ਜਾਵੇ, ਹੌਲੀ 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 ਕੀ ਹੁੰਦਾ ਜਾਏਗਾ ਕਿ ਉਸ ਗਾਰਡਰ ਦੇ ਅੰਦਰ ਸਟ੍ਰੇਨ ਜਿਹੜੀ ਆ ਉਹ ਪਰਮਾਨੈਂਟ ਬਿਲਟ ਅਪ ਹੋਣੀ ਸ਼ੁਰੂ ਹੋ ਜੂ, ਔਰ ਇੱਕ ਸਟੇਜ ਤੇ ਜਾ ਕੇ ਕਈ ਵਾਰ ਅਸੀਂ ਕਹਾਂਗੇ ਕਿ ਉਹ ਜਿਹੜਾ ਬ੍ਰਿਜ ਹੈ ਨਾ ਉਹ ਕੋਲੈਪਸ ਕਰ ਗਿਆ ਜੀ। ਠੀਕ ਹੈ, ਜਾਂ ਅਸੀਂ ਕਹਿੰਦੇ ਕਿ ਉਹ ਮੇਰੇ ਕੋਲ ਜਿਹੜੀ ਬਾਡੀ ਆ ਹਨਾ, ਅਸੀਂ ਕਹਿੰਦੇ ਜੀ ਉਹ ਬ੍ਰੇਕ ਕਰ ਗਈ। ਕੁਝ ਇਦਾਂ ਦੀਆਂ ਕੰਡੀਸ਼ਨ ਜਦੋਂ ਬਿਲਟ ਅਪ ਹੁੰਦੀਆਂ ਤੇ ਅਸੀਂ ਇਹਦਾ ਮਤਲਬ ਆ ਕਿਸੇ ਵੀ ਇੰਜੀਨੀਅਰਿੰਗ ਮਟੀਰੀਅਲ ਦੀ ਜਦੋਂ ਕਿਤੇ ਸਿਵਲ ਦੇ ਅੰਦਰ ਉਹਨੂੰ ਕੰਸਟਰਕਸ਼ਨ 'ਚ ਯੂਜ਼ ਕਰਦੇ ਆ ਤੇ ਅਸੀਂ ਉਸ ਮਟੀਰੀਅਲ ਦਾ ਪਹਿਲਾਂ ਸਟ੍ਰੈਸ ਸਟ੍ਰੇਨ ਰਿਲੇਸ਼ਨਸ਼ਿਪ ਜਿਹੜਾ ਵਾ ਉਹ ਜ਼ਰੂਰ ਸਟੱਡੀ ਕਰਦੇ ਕਿ ਵੀ ਇਸ ਮਟੀਰੀਅਲ ਨੇ ਕਿੰਨੀ ਅਪ ਟੂ ਮੈਕਸਿਮਮ ਸਟ੍ਰੈਸ ਅਕਮੋਡੇਟ ਕਰ ਸਕਦਾ। ਠੀਕ ਹੈ, ਉਹਦੇ ਕੋਰਸਪੋਂਡਿੰਗ ਵਾਇਰ 'ਚ ਸਟ੍ਰੇਨ ਕਿੰਨੀ ਬਣੀ, ਜਦੋਂ ਮੈਂ ਵਾਇਰ ਤੋਂ ਸਟ੍ਰੈਸ ਖਤਮ ਕਰਤੀ ਫਿਰ ਕਿਆ ਵਾਇਰ 'ਚ ਸਟ੍ਰੇਨ ਪਰਮਾਨੈਂਟ ਰਹਿ ਗਈ ਕਿ ਉਹ 'ਚੋਂ ਸਟ੍ਰੇਨ ਖਤਮ ਹੋ ਗਈ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਡਾ ਟੌਪਿਕ ਆ ਬਣ ਜਾਂਦਾ ਸਟ੍ਰੈਸ ਸਟ੍ਰੇਨ ਰਿਲੇਸ਼ਨਸ਼ਿਪ ਇਨ ਅ ਵਾਇਰ। ਇੰਨੀ ਗੱਲ ਕਲੀਅਰ ਆ? Yes, sir. ਤੇ ਬੇਟਾ ਟੌਪਿਕ ਦੇ ਅੰਦਰ ਉਹਨੇ ਆਪਾਂ ਨੂੰ ਇੱਕ ਗ੍ਰਾਫ ਦਿੱਤਾ ਜਿਹਦੇ ਤੁਸੀਂ ਮੇਨ ਬਸ ਐਕਸਪਲੇਨੇਸ਼ਨ ਦੇਣੀ ਆ, ਠੀਕ ਹੈ। ਆਪਣੇ ਕੋਲ ਇੱਕ ਐਸਐਚ ਸਾਈਡ ਤੇ ਆ ਗਈ ਸਟ੍ਰੈਸ ਔਰ ਇੱਕ ਸਾਈਡ ਤੇ ਮੇਰੇ ਕੋਲ ਆ ਗਈ ਸਟ੍ਰੇਨ। ਓਏ ਓਮਸ ਲਾਅ ਕੀ ਹੁੰਦਾ, ਕੋਈ ਦੱਸੇਗਾ? ਓਮਸ ਲਾਅ ਪੜਿਆ ਸੀ ਨਾ ਆਪਾਂ 10th ਵਿੱਚ। ਓਏ ਨਲੈਕੋ ਓਮਸ ਲਾਅ ਪੜਿਆ ਸੀ ਕਿ ਨਹੀਂ? So potential difference is directly proportional to current. I is equals to V upon R. ਹੈ I equal to V upon R ਜਾਂ potential difference is directly proportional to current। ਉਹਦਾ ਗ੍ਰਾਫ ਕਿੱਦਾਂ ਦਾ ਆਉਂਦਾ ਸੀਗਾ? Sir, straight slope C. ਹਾਂ ਕੋਈ ਉਹਦੀ ਪੂਰੀ ਸਟੇਟਮੈਂਟ ਬੋਲੇਗਾ ਕੀ ਸੀਗੀ? ਜਿਹਨੂੰ ਉਹਦੀ ਸਟੇਟਮੈਂਟ ਪੂਰੀ ਯਾਦ ਹੋਵੇ ਕਿਆ ਕੋਈ ਬੋਲੇਗਾ? Sir, ਜਦੋਂ temperature ਤੇ pressure constant ਹੋਣ ਉਸ condition ਦੇ ਵਿੱਚ potential difference ਇੱਕ side ਤੋਂ apply ਕੀਤਾ ਹੋਵੇ ਤਾਂ ਉਹ potential difference current ਦੇ directly proportional ਹੁੰਦਾ। ਬਿਲਕੁਲ, ਯਾਨੀ ਆਪਾਂ ਕੰਡੀਸ਼ਨਲੀ ਉਹ ਚ ਕਿਹਾ ਸੀ ਕਿ ਜਦੋਂ ਮੈਂ ਇਹ ਗੱਲ ਕਿਸੇ ਗੱਲ ਕਰਕੇ ਛੇੜੀ ਆ ਬੇਟਾ ਕਿ ਉਹ ਚ ਆਪਾਂ ਆ ਕਿਹਾ ਸੀਗਾ ਕਿ ਜੇ ਤੁਸੀਂ ਵੋਲਟੇਜ ਤੇ ਕਰੰਟ ਦਾ ਗ੍ਰਾਫ ਪਲਾਟ ਕਰੋਗੇ ਨਾ ਤੇ ਗ੍ਰਾਫ ਉਹਦਾ ਸਟ੍ਰੇਟ ਲਾਈਨ ਆ, ਇਹ ਹਮੇਸ਼ਾ ਹੀ ਸਟ੍ਰੇਟ ਲਾਈਨ ਆ? No. ਨੋ, ਕਿਉਂ ਨੋ? Pressure or temperature constant. ਹਾਂ, ਤੇ ਮਤਲਬ ਜਦੋਂ ਤੱਕ ਅਸੀਂ ਕੰਡੀਸ਼ਨ ਲਗਾਈ ਕਿ ਵੀ ਉਹਦਾ ਟੈਂਪਰੇਚਰ ਕਾਂਸਟੈਂਟ ਆ, ਜਿਹੜੀ ਵਾਇਰ ਚੋਂ ਕਰੰਟ ਪਾਸ ਕਰਦਾ ਪਿਆ, ਜੇ ਉਹ ਵਾਇਰ ਹੀਟ ਨਹੀਂ ਹੋ ਰਹੀ ਤੇ ਉਦੋਂ ਅਸੀਂ ਕਿਹਾ ਸੀਗਾ ਕਿ ਵੀ ਕਰੰਟ ਤੇ ਵੋਲਟੇਜ ਦਾ ਗ੍ਰਾਫ ਸਟ੍ਰੇਟ ਲਾਈਨ ਆ। ਪਰ ਜੇ ਆਪਾਂ ਉਸ ਤੋਂ ਅੱਗੇ ਸੋਚ ਕੇ ਦੇਖੀਏ ਕਿ ਵੀ ਜੇ ਮੰਨ ਲਓ ਟੈਂਪਰੇਚਰ ਚੇਂਜ ਹੋਣਾ ਸ਼ੁਰੂ ਹੋ ਜਾਏ ਫਿਰ ਕੀ ਹੋਏਗਾ, ਠੀਕ ਹੈ। ਤੇ ਉਦੋਂ ਅਸੀਂ ਫਿਰ ਫਾਈਂਡ ਆਊਟ ਕਰਦੇ ਹਾਂ ਕਿ ਗ੍ਰਾਫ ਇਸ ਤੋਂ ਅੱਗੇ ਸਟ੍ਰੇਟ ਲਾਈਨ ਨਹੀਂ ਰਹਿ ਜਾਂਦਾ, ਗ੍ਰਾਫ ਦੀ ਕਰਵ ਜਿਹੜੀ ਆ ਹਨਾ ਉਹ ਕੁਝ ਵੀ ਮੇਰੇ ਕੋਲ ਜਿਹੜੀ ਪੋਸੀਬਲ ਆ, ਇਦਾਂ ਆ ਜਾਏ ਕੁਝ ਹੋਰ ਆ ਜਾਏ, ਯਾਨੀ ਗ੍ਰਾਫ ਕਿਸੇ ਵੀ ਵੇ ਨਾਲ ਪੋਸੀਬਲ ਆ। ਤੇ ਇਹਦਾ ਮਤਲਬ ਇਹ ਹੋਇਆ ਕਿ ਕਰੰਟ ਔਰ ਵੋਲਟੇਜ ਲੀਨੀਅਰਲੀ ਵੇਰੀ ਕਰਦੇ ਆ ਉਦੋਂ ਤੱਕ ਜਦੋਂ ਤੱਕ ਟੈਂਪਰੇਚਰ ਕਾਂਸਟੈਂਟ ਆ, ਔਰ ਜਦੋਂ ਟੈਂਪਰੇਚਰ ਦੀ ਕੰਡੀਸ਼ਨ ਮੇਰੇ ਕੋਲ ਚੇਂਜ ਹੋਣੀ ਸ਼ੁਰੂ ਹੋ ਗਈ ਤੇ ਅਸੀਂ ਕਹਿੰਦੇ ਜੀ ਗ੍ਰਾਫ ਦੇ ਅੰਦਰ ਲੀਨੀਅਰ ਬਿਹੇਵੀਅਰ ਖਤਮ ਹੋ ਜਾਏਗਾ। ਇਨ ਦਾ ਸਿਮਿਲਰ ਵੇ ਆਪਾਂ ਹੁਣੀ ਪਿੱਛੇ ਗੱਲ ਕਰਕੇ ਹਟੇ ਆ ਹੁਕਸ ਲਾਅ ਦੀ, ਤੇ ਬੇਟਾ ਹੁਕਸ ਲਾਅ ਆਪਣਾ ਐਪਲੀਕੇਬਲ ਹੈਗਾ ਜਦੋਂ ਤੱਕ ਸਟ੍ਰੈਸ ਔਰ ਸਟ੍ਰੇਨ ਜਿਹੜੇ ਨੇ ਉਹ ਇੱਕ ਦੂਜੇ ਦੇ ਪ੍ਰਪੋਰਸ਼ਨਲ ਔਰ ਉਹ ਚੀਜ਼ਾਂ ਅਪ ਟੂ ਇਲਾਸਟਿਕ ਲਿਮਿਟ ਰਹਿੰਦੀਆਂ। ਜੇ ਇਲਾਸਟਿਕ ਲਿਮਿਟ ਤੋਂ ਬਿਯੋਂਡ ਜਾ ਕੇ ਮੈਂ ਵਾਇਰ ਤੇ ਸਟ੍ਰੈਸ ਅਪਲਾਈ ਕਰਨੀ ਸ਼ੁਰੂ ਕਰਾਂ ਤਾਂ ਅਸੀਂ ਨੋਟ ਕਰਾਂਗੇ ਕਿ ਵੀ ਵਾਇਰ ਦੇ ਅੰਦਰ ਸਟ੍ਰੇਨ ਜਿਹੜੀ ਆ ਹਨਾ ਉਹ ਵੀ ਮੇਰੇ ਕੋਲ ਐਸਐਚ ਚੇਂਜ ਹੋਣੀ ਸ਼ੁਰੂ ਹੋ ਜੂ, ਮਤਲਬ ਉਹਦਾ ਗ੍ਰਾਫ ਸਟ੍ਰੇਟ ਲਾਈਨ ਨਹੀਂ ਰਹਿ ਜਾਏਗਾ when we are beyond the elastic limit। ਉਸ ਚੀਜ਼ਾਂ ਨੂੰ ਆਪਾਂ ਇਸ ਗ੍ਰਾਫ ਦੇ ਅੰਦਰ ਸ਼ੋ ਆਫ ਕਰਦੇ ਪਏ ਹਾਂ ਕਿ ਜੇ ਐਸਐਚ ਆਪਣਾ ਆ ਗ੍ਰਾਫ ਗਿਵਨ ਹੋਵੇ, ਇਹ ਗ੍ਰਾਫ ਕਿੰਨਾ ਬਣਾਇਆ ਸੀ, ਉਹੀ ਸੇਮ ਵਰਡ ਫੇਰ ਆ ਕਿ ਆ ਮੇਰੇ ਕੋਲ ਕੋਈ ਇੱਕ ਵਾਇਰ ਗਿਵਨ ਹੋ ਗਈ, ਇਹਨੇ ਇਦਾਂ ਸੋਚ ਲਓ ਬੇਟਾ ਕਿ ਆ ਮੇਰੇ ਕੋਲ ਕੋਈ ਇੱਕ ਵਾਇਰ ਗਿਵਨ ਸੀਗੀ, ਇਸ ਵਾਇਰ ਦੇ ਉੱਤੇ ਮੈਂ ਕੀ ਕੀਤਾ ਇੱਕ ਪੈਨ ਅਟੈਚ ਕਰ ਲਿਆ। ਹੁਣ ਇਸ ਪੈਨ ਦੇ ਅੰਦਰ ਜਿੱਦਾਂ ਜਿੱਦਾਂ ਮੈਂ weight ਐਡ ਕਰੀ ਜਾਂਦਾ ਤੇ ਆ ਵਾਇਰ ਦੀ ਲੈਂਥ ਅੱਗੇ ਨਾਲੋਂ ਮੇਰੇ ਕੋਲ ਜਿਹੜੀ ਉਹ ਇਨਕਰੀਜ਼ ਹੁੰਦੀ ਜਾ ਰਹੀ ਆ, ਤੇ ਜੇ ਵਾਇਰ ਦੀ ਲੈਂਥ ਮੇਰੇ ਕੋਲ ਅੱਗੇ ਨਾਲੋਂ ਇਨਕਰੀਜ਼ ਹੋ ਰਹੀ ਆ ਤੇ ਇਹਦਾ ਮਤਲਬ ਆ ਇਹਦੇ ਤੇ ਸਟ੍ਰੈਸ ਅਪਲਾਈ ਕਰਨ ਨਾਲ ਸਟ੍ਰੇਨ ਵੱਧ ਰਹੀ ਹੈ। ਔਰ ਜਦੋਂ ਮੈਂ ਸਟ੍ਰੈਸ ਇਹਦੇ ਉੱਤੇ ਬਹੁਤ ਜ਼ਿਆਦਾ ਅਪਲਾਈ ਕਰਾਂਗਾ ਤੇ ਮੈਂ ਨੋਟ ਕੀਤਾ ਕਿ ਵਾਇਰ ਜਦੋਂ ਸਟ੍ਰੈਸ ਰਿਮੂਵ ਕੀਤੀ ਨਾ ਵਾਇਰ ਆਪਣੀ ਐਗਜ਼ੈਕਟ ਸ਼ੇਪ 'ਚ ਨਹੀਂ ਆਈ, ਵਾਇਰ ਦੇ ਅੰਦਰ ਕੁਝ ਪਰਮਾਨੈਂਟ ਡਿਫਾਰਮੇਸ਼ਨ ਜਿਹੜੀਆਂ ਪੱਕੀਆਂ ਆ ਗਈਆਂ। ਪੰਜਾਬੀ 'ਚ ਕਹਾਂ ਇਮਲ ਮੈਂ ਜਿਹੜੀ ਤਾਰ ਸੀਗੀ ਨਾ ਉਹ ਪੱਕੀ ਢਿੱਲੀ ਹੋ ਗਈ। ਕੱਪੜੇ ਪਾਉਣ ਵਾਲੀ ਤਾਰ ਲੈ ਕੇ ਆਏ ਆਪਾਂ, ਸੁੱਕਣੇ ਪਾਉਣ ਵਾਲੇ ਕੱਪੜੇ ਸੁੱਕਣੇ ਪਾਉਣ ਵਾਲੀ ਤਾਰ ਬੰਨ ਦਿੱਤੀ, ਪੂਰੀ ਖਿੱਚ ਕੇ ਬੰਨ ਦਿੱਤੀ, ਪਰ ਕੁਝ ਟਾਈਮ ਬਾਅਦ ਅਸੀਂ ਨੋਟ ਕੀਤਾ ਉੱਤੇ ਕੱਪੜਿਆਂ ਦੇ ਭਾਰ ਦੇ ਨਾਲ ਕੀ ਹੋ ਰਿਹਾ, ਤਾਰ ਦੇ ਅੰਦਰ ਕੁਝ ਪਰਮਾਨੈਂਟ ਡਿਫਾਰਮੇਸ਼ਨ ਆ ਰਹੀਆਂ, ਠੀਕ ਹੈ। ਤਾਰ ਹੌਲੀ 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 ਮੇਰੀ ਢਿੱਲੀ ਹੁੰਦੀ ਜਾ ਰਹੀ, ਠੀਕ ਹੈ। ਪਰ ਉਸ ਇੱਕ ਲਿਮਿਟ ਤੋਂ ਬਾਅਦ ਜਾ ਕੇ ਜੇ ਮੈਂ ਕਿਤੇ ਨੋਟ ਕਰਾਂ ਕਿ ਉਹ ਤਾਰ ਜਿਹੜੀ ਉਹ ਟੁੱਟ ਵੀ ਜਾਂਦੀ ਹੈ। ਇਹਦਾ ਮਤਲਬ ਇਹ ਹੋ ਗਿਆ ਕਿਸੇ ਵੀ ਮਟੀਰੀਅਲ ਦਾ ਸਟ੍ਰੈਸ ਸਟ੍ਰੇਨ ਬਿਹੇਵੀਅਰ ਜਿਹੜਾ ਵਾ ਹਨਾ ਉਹ ਕਿਸ ਟਾਈਪ ਦਾ, ਉਹਦੇ ਲਈ ਉਹਨਾਂ ਨੇ ਆਪਣੇ ਕੋਲ ਗ੍ਰਾਫ ਦਿੱਤਾ ਜਿਹਦੇ ਅਕੋਰਡਿੰਗਲੀ ਆਪਾਂ ਕੀ ਲੈ ਕੇ ਚੱਲਾਂਗੇ ਕਿ ਜੇ ਮੈਂ ਆ ਐਸ ਸੱਚ ਪੁਆਇੰਟ ਨੂੰ ਕੰਸੀਡਰ ਕਰਾਂ, ਜੇ ਮੈਂ ਇਸ ਪੁਆਇੰਟ ਨੂੰ ਕੰਸੀਡਰ ਕਰਾਂ
ਇੱਥੇ ਤੱਕ ਜਦੋਂ ਮੈਂ ਵਾਇਰ ਤੇ ਸਟ੍ਰੈਸ ਅਪਲਾਈ ਕਰਦਾ ਪਿਆ ਤੇ ਮੈਂ ਆਬਜ਼ਰਵ ਕਰ ਰਿਹਾ ਕਿ ਸਟ੍ਰੇਨ ਜਿਹੜੀ ਆ ਉਹਦੇ ਪ੍ਰਪੋਰਸ਼ਨਲ ਵੱਧਦੀ ਚਲੇਗੀ। ਯਾਨੀ ਜਿੱਦਾਂ ਜਿੱਦਾਂ ਤੁਸੀਂ ਸਟ੍ਰੈਸ ਨੂੰ ਇਨਕਰੀਜ਼ ਕਰਦੇ ਗਏ, ਜਿੱਦਾਂ ਜਿੱਦਾਂ ਸਟ੍ਰੈਸ ਆਪਾਂ ਇਨਕਰੀਜ਼ ਕਰਦੇ ਗਏ, ਉਸੇ ਪ੍ਰਪੋਰਸ਼ਨੇਟ ਚ ਵਾਇਰ ਦੇ ਅੰਦਰ ਸਟ੍ਰੇਨ ਵੀ ਬਿਲਟ ਅਪ ਹੁੰਦੀ ਚਲੇਗੀ। ਸਟ੍ਰੈਸ ਦੇ ਵਧਣ ਸਟ੍ਰੇਨ ਵਧੀ, ਔਰ ਜਦੋਂ ਮੈਂ ਸਟ੍ਰੈਸ ਰਿਮੂਵ ਕਰਨੀ ਸ਼ੁਰੂ ਕੀਤੀ ਤੇ ਸਟ੍ਰੇਨ ਵੀ ਮੇਰੀ ਰਿਡਿਊਸ ਹੁੰਦੀ ਚਲੇਗੀ। ਜਦੋਂ ਸਟ੍ਰੈਸ ਮੇਰੀ ਰਿਡਿਊਸ ਕਰਕੇ 0 ਆ ਗਈ ਤੇ ਵਾਇਰ ਚ ਸਟ੍ਰੇਨ ਵੀ ਮੇਰੀ 0 ਆ ਗਈ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, Yes, sir. sir. Yes, sir. ਇਹਦਾ ਮਤਲਬ sir. ਇਹ ਹੋ ਗਿਆ, ਉਹ ਕਹਿੰਦਾ ਪੁੱਤ ਇਹਦਾ ਮਤਲਬ ਇਹ ਹੋ ਗਿਆ ਕਿ ਇਸ ਲਿਮਿਟ ਤੱਕ ਜਦੋਂ ਵਾਇਰ ਤੇ ਸਟ੍ਰੈਸ ਅਪਲਾਈ ਕਰਾਂਗੇ ਨਾ ਤੇ ਔਰ ਸਟ੍ਰੈਸ ਰਿਮੂਵ ਕਰਾਂਗੇ ਤੇ ਵਾਇਰ ਚ ਸਟ੍ਰੇਨ ਇਸੇ ਹੀ ਪ੍ਰਪੋਰਸ਼ਨਲ ਗ੍ਰਾਫ ਦੇ ਕੋਰਸਪੋਂਡਿੰਗ ਰਿਡਿਊਸ ਹੁੰਦੀ ਜਾਏਗੀ। ਸਟ੍ਰੈਸ 0 ਹੋਣ ਤੇ ਯਾਨੀ ਵਾਇਰ ਟੋਟਲੀ ਅਨਲੋਡ ਕਰ ਦਿੱਤੀ, ਇਹ ਚ ਕੋਈ ਹੁਣ ਪੈਨ ਚ ਅਸੀਂ weight ਨਹੀਂ ਰੱਖਿਆ ਤੇ ਉਸ ਵੇਲੇ ਸਟ੍ਰੇਨ ਵੀ 0। ਤੇ ਇਹ ਮੇਰੇ ਕੋਲ ਐਸ ਸੱਚ ਉਸ ਗ੍ਰਾਫ ਦਾ ਪ੍ਰਪੋਰਸ਼ਨਲ ਲਿਮਿਟ ਦਾ ਪੁਆਇੰਟ ਆ। ਯਾਨੀ A ਪੁਆਇੰਟ ਨੂੰ ਕਹਾਂ ਤੇ A is to be called as ਦਾ ਕਹਿੰਦਾ ਜੀ ਪ੍ਰਪੋਰਸ਼ਨਲ ਲਿਮਿਟ ਪੁਆਇੰਟ। ਪ੍ਰਪੋਰਸ਼ਨਲ ਲਿਮਿਟ ਪੁਆਇੰਟ ਦਾ ਮਤਲਬ ਹੈ ਜਿੱਥੇ ਤੱਕ ਸਟ੍ਰੈਸ ਤੇ ਸਟ੍ਰੇਨ ਇੱਕ ਦੂਜੇ ਦੇ ਡਾਇਰੈਕਟ ਪ੍ਰਪੋਰਸ਼ਨਲ ਆ, ਹਨਾ, ਉਹ ਪੁਆਇੰਟ ਮੇਰੇ ਕੋਲ ਅਸੀਂ ਡਿਫਾਈਨ ਕਰ ਦਿੰਦੇ A ਆ ਗਿਆ। ਇਨਾ ਕਲੀਅਰ? Yes. Yes, Yes, sir. sir. ਚਲ Yes, sir. ਬਾਅਦ ਵਾਲੇ ਪੋਰਸ਼ਨ ਚ ਅਸੀਂ ਚੱਲੀਏ ਤੇ AB ਪੋਰਸ਼ਨ ਦੇ ਅੰਦਰ ਅਸੀਂ ਡਿਫਾਈਨ ਕਰੀਏ ਕਿ ਜੇ ਮੈਂ ਐਸ ਸੱਚ ਇਸ ਵਾਇਰ ਦੇ ਅੰਦਰ ਜੇ ਮੈਂ B ਪੁਆਇੰਟ ਦੇ ਉੱਤੇ ਸਟ੍ਰੈਸ ਜਿਹੜੀ ਆ A ਦੇ ਕੋਰਸਪੋਂਡਿੰਗ ਥੋੜੀ ਜਿਹੀ ਸਟ੍ਰੈਸ ਹੋਰ ਵਧਾ ਲਾ ਤੇ ਉਸ ਵੇਲੇ ਵੀ ਆਪਣੇ ਕੋਲ ਇੱਕ ਕੰਡੀਸ਼ਨ ਹਜੇ ਵੀ ਮੇਨਟੇਨ ਹੋਏਗੀ ਕਿ ਵੀ ਵਾਇਰ ਦੇ ਅੰਦਰ ਜਦੋਂ B ਪੁਆਇੰਟ ਤੇ ਵੀ ਮੈਂ ਅਨਲੋਡਿੰਗ ਕੀਤੀ, ਠੀਕ ਹੈ, ਯਾਨੀ ਆ ਫਿਗਰ ਦਿਮਾਗ 'ਚ ਹਰ ਵੇਲੇ ਰੱਖਿਓ ਬੇਟਾ। ਸਟ੍ਰੈਸ ਵਧਾ ਰਹੇ ਆ, ਸਟ੍ਰੈਸ ਘਟਾ ਰਹੇ ਆ, ਮਤਲਬ ਇਹ ਹੈ ਕਿ ਵੀ ਇਸ ਪੈਨ ਦੇ ਅੰਦਰ ਤੁਸੀਂ ਲੋਡ ਐਡ ਕਰ ਰਹੇ ਹੋ ਤੇ ਲੋਡ ਰਿਮੂਵ ਕਰ ਰਹੇ ਹੋ, ਠੀਕ ਹੈ। ਹੁਣ ਜਦੋਂ B ਪੁਆਇੰਟ ਤੋਂ ਵੀ ਤੁਸੀਂ SH ਪੁਆਇੰਟ ਕਹਿੰਦਾ ਜੀ ਸਟ੍ਰੈਸ ਰਿਮੂਵ ਕਰਦੇ ਹੋ, ਸਟਿਲ ਉਦੋਂ ਤੱਕ ਗ੍ਰਾਫ ਜਿਹੜਾ ਉਹ ਹੁਕਸ ਲਾਅ ਨੂੰ ਓਬੇ ਕਰਦਾ, ਔਰ ਗ੍ਰਾਫ ਦੇ ਉੱਤੇ ਸਟ੍ਰੈਸ ਜਦੋਂ ਮੈਂ ਇਹਦੇ ਕੋਰਸਪੋਂਡਿੰਗ ਰਿਡਿਊਸ ਕਰਨੀ ਸ਼ੁਰੂ ਕਰਾਂਗਾ, ਸਟ੍ਰੈਸ 0 ਕਰਾਂਗਾ ਤੇ ਇਹਦੇ ਵਿੱਚੋਂ ਸਟ੍ਰੇਨ ਵੀ ਮੇਰੀ 0 ਹੋ ਜਾਏਗੀ। ਇਹਦਾ ਮਤਲਬ ਆ ਇੱਥੇ ਤੱਕ ਜਿੱਥੇ ਤੱਕ ਹੁਕਸ ਲਾਅ ਐਪਲੀਕੇਬਲ ਆ, ਹਨਾ, ਉਸ ਪੋਜੀਸ਼ਨ ਤੱਕ ਕਿਤੇ ਵੀ ਪੁਆਇੰਟ ਤੋਂ ਜਦੋਂ ਵਾਇਰ ਤੋਂ ਸਟ੍ਰੈਸ ਨੂੰ ਰਿਮੂਵ ਕਰਾਂਗਾ ਤੇ ਵਾਇਰ ਦੇ ਅੰਦਰ ਸਟ੍ਰੇਨ ਵੀ ਰਿਡਿਊਸ ਹੁੰਦੀ ਚਲੀ ਜਾਏਗੀ। ਪਰ ਜੇ ਮੈਂ ਐਸਐਚ ਵਾਇਰ ਤੇ ਸਟ੍ਰੈਸ ਥੋੜੀ ਜਿਹੀ ਹੋਰ ਵਧਾਵਾਂ, ਯਾਨੀ ਮੈਂ ਗ੍ਰਾਫ ਦਾ BC ਪੋਰਸ਼ਨ ਲੈ ਰਿਹਾ, ਠੀਕ ਹੈ, C ਦੇ ਕੋਰਸਪੋਂਡਿੰਗ ਆ B ਦੇ ਕੋਰਸਪੋਂਡਿੰਗ ਪੁਆਇੰਟ ਹੋ ਗਿਆ, ਇੱਥੇ C ਦੇ ਕੋਰਸਪੋਂਡਿੰਗ ਉਹਦੇ ਨੀਅਰ ਬਾਈ ਪੁਆਇੰਟ ਆ ਗਿਆ। ਜੇ ਤੁਸੀਂ ਸਟ੍ਰੈਸ ਬਿਯੋਂਡ ਕਹਿੰਦਾ ਜੀ B ਪੁਆਇੰਟ ਅਪਲਾਈ ਕਰਦੇ ਹੋ, ਹਨਾ, ਤੇ ਅਸੀਂ ਅਬਜ਼ਰਵ ਕਰਦੇ ਕਿ ਜਦੋਂ ਸਟ੍ਰੈਸ B ਤੋਂ ਥੋੜੀ ਜਿਹੀ ਵੀ ਜ਼ਿਆਦਾ ਵਧਾ ਕੇ ਫਿਰ ਮੈਂ ਉਹਦੀ ਅਨਲੋਡਿੰਗ ਕਰਦਾ, ਯਾਨੀ ਆਪਾਂ ਜਿੰਨੀ ਲਿਮਿਟ ਸੀਗੀ ਉਸ ਤੋਂ ਉੱਤੇ ਨਿਕਲ ਗਏ, ਠੀਕ ਹੈ ਜੀ। ਹੁਣ 10 ਗ੍ਰਾਮ ਫੋਰਸ ਜਿਹੜੀ ਆ, ਜਿਹੜੀ ਇੱਥੇ 10 ਗ੍ਰਾਮ weight ਐਡ ਕੀਤਾ, ਜਦੋਂ ਮੈਂ 11 ਗ੍ਰਾਮ weight ਐਡ ਕੀਤਾ ਨਾ, ਔਰ 11 ਤੋਂ 10, 10 ਤੋਂ 9, 9 ਤੋਂ 8 ਕਰਕੇ ਜਦੋਂ 0 ਕੀਤਾ ਤੇ ਮੈਂ ਆਬਜ਼ਰਵ ਕੀਤਾ ਉਸ ਮੂਮੈਂਟ ਤੇ ਵਾਇਰ ਇਸ ਕਰਵ ਨੂੰ ਫੋਲੋ ਨਹੀਂ ਕਰਦੀ। ਵਾਇਰ ਇਸ ਕਰਵ ਨੂੰ ਫੋਲੋ ਨਾ ਕਰਕੇ ਉਦੋਂ ਵਾਇਰ ਮੇਰੀ ਜਿਹੜੀ ਹੋਏਗੀ ਉਹ ਆ ਨਵੀਂ ਪਾਥ ਦੇ ਅਲੋਂਗ ਜਿਹੜੀ ਆ ਆਪਣੀ ਸਟ੍ਰੈਸ ਨੂੰ ਖਤਮ ਕਰੇ। ਇਹਦਾ ਮਤਲਬ ਇਸ CO ਡੈਸ਼ ਗ੍ਰਾਫ ਦੇ ਅਕੋਰਡਿੰਗਲੀ, ਇਸ CO ਡੈਸ਼ ਗ੍ਰਾਫ ਦੇ ਅਕੋਰਡਿੰਗਲੀ ਜਦੋਂ C ਤੋਂ ਮੈਂ ਵਾਇਰ ਦੀ ਅਨਲੋਡਿੰਗ ਕਰਾਂਗਾ ਔਰ ਸਟ੍ਰੈਸ ਉਹਦੀ 0 ਕਰਾਂਗਾ ਤੇ ਮੈਂ ਆਬਜ਼ਰਵ ਕੀਤਾ ਕਿ ਉਸ ਮੂਵਮੈਂਟ ਤੇ ਵਾਇਰ ਦੇ ਅੰਦਰ ਇੰਨੀ ਪਰਮਾਨੈਂਟ ਡਿਫਾਰਮੇਸ਼ਨ ਆ ਗਈ, ਯਾਨੀ ਇੰਨਾ ਪੋਰਸ਼ਨ ਜਿਹੜਾ ਵਾਇਰ ਦੇ ਅੰਦਰ ਸਟ੍ਰੇਨ ਦੀ ਫਾਰਮ 'ਚ ਪਰਮਾਨੈਂਟ ਰਹਿ ਗਿਆ। ਯਾਨੀ ਮੇਰੀ ਵਾਇਰ ਜਿਹੜੀ 1 ਮੀਟਰ ਲੌਂਗ ਸੀਗੀ, ਜਦੋਂ ਮੈਂ SH ਤੋਂ ਸਟ੍ਰੈਸ 0 ਕੀਤੀ C ਪੁਆਇੰਟ ਦੇ ਕੋਰਸਪੋਂਡਿੰਗ ਜਾ ਕੇ, ਠੀਕ ਹੈ, ਤੇ ਮੈਂ ਆਬਜ਼ਰਵ ਕੀਤਾ ਵਾਇਰ ਦੀ ਲੈਂਥ 1 ਮੀਟਰ ਤੇ 1 ਮਿਲੀਮੀਟਰ ਬਣ ਗਈ। ਆਪਾਂ 1 ਮਿਲੀਮੀਟਰ ਸਮਾਲ ਉਹਦੀ ਲੈਂਥ ਦਾ ਇਨਕਰੀਜ਼ ਦੱਸਦੇ ਪਏ, ਇਹਦਾ ਮਤਲਬ ਇਹ ਕਹਿ ਲਓ 1.1 ਮੀਟਰ ਬਣ ਗਈ। ਇਹਦਾ ਮਤਲਬ ਇਹ ਹੋ ਗਿਆ ओरिजिनल ਲੈਂਥ ਨਾਲੋਂ ਵਾਇਰ ਦੀ ਲੈਂਥ ਜਿਹੜੀ ਹੈ ਨਾ ਉਹ ਸਮਾਲ ਇਨਕਰੀਜ਼ ਆ ਗਈ। ਅਸੀਂ ਕਹਿੰਦੇ, ਔਰ ਜੇ ਮੈਂ ਹੁਣ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾਂ ਉਹ 0.1 ਮੀਟਰ ਜਿਹੜਾ ਵਾਇਰ 'ਚ ਇਨਕਰੀਜ਼ ਹੋ ਕੇ ਆਇਆ ਵਾ, ਹਨਾ, ਉਹ ਮੇਰੇ ਕੋਲ ਐਸਐਚ ਵਾਪਸ ਤੋਂ 0 ਨਹੀਂ ਹੋਣਾ। ਇਹਦਾ ਮਤਲਬ ਇਹ ਹੋ ਗਿਆ ਵਾਇਰ ਦੇ ਅੰਦਰ ਪਰਮਾਨੈਂਟ ਡਿਫਾਰਮੇਸ਼ਨ ਜਿਹੜੀਆਂ ਨੇ ਉਹ ਸੈੱਟ ਹੋ ਗਈਆਂ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes. Yes, sir. ਔਰ ਜੇ ਇਹੀ ਚੀਜ਼ ਨੂੰ ਲੈ ਕੇ ਆਪਾਂ ਗ੍ਰਾਫ ਦੇ ਅਗਲੇ ਪੋਰਸ਼ਨ 'ਚ ਚੱਲੀਏ ਤੇ ਇਸ ਕਰਵ ਦੇ ਅੰਦਰ ਅਸੀਂ ਦਿਖਾਣੇ ਕਿ C ਔਰ D ਦੇ ਅੰਦਰ ਜਿਹੜੀ ਸਟ੍ਰੈਸ ਦੀ ਇਨਕਰੀਜ਼ ਆ ਉਹ ਬਹੁਤ ਨੈਗਲੀਜੀਬਲ, ਯਾਨੀ C ਤੋਂ D ਦੇ ਅੰਦਰ ਗ੍ਰਾਫ ਆਲਮੋਸਟ ਮੇਰੇ ਕੋਲ ਹੌਰੀਜ਼ੌਂਟਲ ਆ,
ਇਹਦਾ ਮਤਲਬ ਇਹ ਹੋ ਗਿਆ ਕਿ ਇਸ ਪੋਰਸ਼ਨ ਦੇ ਅੰਦਰ ਜਦੋਂ ਵਾਇਰ ਤੇ ਤੁਸੀਂ ਸਟ੍ਰੈਸ ਅਪਲਾਈ ਕਰਦੇ ਹੋ ਹਨਾ, ਤੇ ਸਟ੍ਰੈਸ ਨੈਗਲੀਜੀਬਲ ਅਮਾਉਂਟ 'ਚ ਵੀ ਅਪਲਾਈ ਕਰਾ, ਉਹਦੇ ਕੋਰਸਪੋਂਡਿੰਗ ਵਾਇਰ 'ਚ ਜਿਹੜੀ ਸਟ੍ਰੇਨ ਆਂਦੀ ਪਈ, ਠੀਕ ਹੈ, that will show a large change in strain। ਮਤਲਬ ਓਨੀ ਪੁੱਤ ਸਟ੍ਰੈਸ ਵੇਰੀ ਨਹੀਂ ਕੀਤੀ, ਸੀ ਤੋਂ ਡੀ ਵਾਲੇ ਪੋਰਸ਼ਨ ਦੇ ਅੰਦਰ ਸਟ੍ਰੈਸ ਦੀ ਵੇਰੀਏਸ਼ਨ ਨੈਗਲੀਜੀਬਲ ਆ, ਪਰ ਇਹਦੇ ਕੋਰਸਪੋਂਡਿੰਗ ਵਾਇਰ 'ਚ ਸਟ੍ਰੇਨ ਬਹੁਤ ਜ਼ਿਆਦਾ ਆਈ। ਮਤਲਬ ਇਹ ਹੋਇਆ ਕਿ ਵੀ ਇਸ ਪੋਜੀਸ਼ਨ ਦੇ ਅੰਦਰ, ਇਸ ਪੋਰਸ਼ਨ ਦੇ ਅੰਦਰ ਵਾਇਰ ਦੇ ਉੱਤੇ ਜਦੋਂ ਸਟ੍ਰੈਸ ਦੀ ਹਲਕੀ ਜੀ ਵੀ ਵੇਰੀਏਸ਼ਨ ਕਰਾਂਗਾ, ਥੋੜਾ ਜਿਹਾ ਵੀ ਲੋਡ ਚੇਂਜ ਕਰਾਂ, ਥੋੜਾ ਜਿਹਾ ਵੀ ਲੋਡ ਐਡ ਕਰਾਂ, ਤੇ ਮੈਂ ਨੋਟ ਕੀਤਾ ਵਾਇਰ ਬੜੀ ਜਲਦੀ ਮੇਰੀ ਜਿਹੜੀ ਹੈ ਨਾ ਉਹ ਤਾਰ ਜਿਹੜੀ ਉਹ ਖਿੱਚੀ ਜਾਂਦੀ ਹੈ। ਮਤਲਬ ਉਸ ਵਾਇਰ ਦੇ ਅੰਦਰ ਸਟ੍ਰੇਨ ਜ਼ਿਆਦਾ ਪ੍ਰੋਡਿਊਸ ਹੋਣ ਲੱਗ ਗਈ ਤੇ ਸਟ੍ਰੈਸ ਵਾਇਰ ਦੇ ਅੰਦਰ ਥੋੜੀ ਬਣਦੀ ਪਈ। ਇੱਕ ਤਰ੍ਹਾਂ ਅਸੀਂ ਇਹਨੂੰ ਡਿਫਾਈਨ ਕਰਦੇ ਵਾਇਰ ਦਾ ਥਿਨਿੰਗ ਪ੍ਰੋਸੈਸ ਜਿਹੜਾ ਵਾ, ਠੀਕ ਹੈ ਜੀ, ਉਹ ਸਟਾਰਟ ਹੋ ਚੁੱਕਾ। ਠੀਕ ਹੈ, ਵਾਇਰ ਮੇਰੀ ਪਤਲੀ ਪੈਣੀ ਸ਼ੁਰੂ ਹੋ ਗਈ ਆ। ਇੱਕ ਭੈੜੀ ਜੀ ਐਗਜ਼ਾਮਪਲ ਦੇਣ ਲੱਗਿਆ, ਠੀਕ ਹੈ, ਸੁਣੋ ਐਗਜ਼ਾਮਪਲ ਇਹ ਆ, ਮੈਂ ਰਿਕਾਰਡਿੰਗ ਬੰਦ ਕਰਦਾ। ਜਦੋਂ ਵਾਇਰ ਦੇ ਉੱਤੇ ਤੁਸੀਂ ਸਟ੍ਰੈਸ ਜਿਹੜੀ ਆ ਉਹ ਇੱਕ ਲਿਮਿਟ ਤੋਂ ਬਿਯੋਂਡ ਅਪਲਾਈ ਕਰਦੇ ਹੋ ਨਾ, ਤੇ ਅਸੀਂ ਕਹਿੰਦੇ ਜੀ ਫਿਰ ਹਲਕੀ ਜੀ ਵੀ ਸਟ੍ਰੈਸ ਜਿਹੜੀ ਆ that will produce a large change in strain। ਔਰ ਜਦੋਂ ਸਟ੍ਰੇਨ ਬਹੁਤ ਜ਼ਿਆਦਾ ਵਾਇਰ ਚ ਆਉਂਦੀ ਹੈ, ਸਟ੍ਰੈਸ ਓਨੀ ਨਹੀਂ ਵੇਰੀ ਕੀਤੀ, ਤਾਂ ਅਸੀਂ ਕਹਿੰਦੇ ਜੀ ਵਾਇਰ ਜਿਹੜੀ ਹੋਏਗੀ ਉਹਦਾ ਥਿਨਿੰਗ ਪ੍ਰੋਸੈਸ ਸ਼ੁਰੂ ਹੋ ਗਿਆ, ਯਾਨੀ ਤਾਰ ਦਾ ਪਤਲਾ ਪੈਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਆ ਤਾਰ ਆਪਣੇ ਬ੍ਰੇਕਿੰਗ ਪੁਆਇੰਟ ਵੱਲ ਵੱਧ ਰਹੀ। ਔਰ ਇਸ ਤੋਂ ਅਗਲੇ ਪੋਰਸ਼ਨ ਦੇ ਅੰਦਰ ਅਸੀਂ ਇਹ ਸ਼ੋ ਆਫ ਕੀਤਾ ਕਿ ਜਦੋਂ ਸਟ੍ਰੈਸ ਦੀ ਵੇਰੀਏਸ਼ਨ ਮੈਂ ਈ ਪੁਆਇੰਟ ਤੱਕ ਲਗਾਤੀ, ਇਹਨੂੰ ਅਸੀਂ ਨਾਮ ਦਿੰਨੇ ਇਹ ਅਲਟੀਮੇਟ ਸਟ੍ਰੈਸ ਵਾ। ਅਲਟੀਮੇਟ ਸਟ੍ਰੈਸ ਦਾ ਮਤਲਬ ਹੋਏਗਾ ਮੈਕਸਿਮਮ ਸਟ੍ਰੈਸ ਜਿਹੜੀ ਵਾਇਰ ਅਕਮੋਡੇਟ ਕਰ ਸਕਦੀ ਬਿਨਾ ਟੁੱਟੇ, ਠੀਕ ਹੈ ਜੀ, ਉਹ ਮੇਰੀ ਈ ਪੁਆਇੰਟ ਦੇ ਕੋਰਸਪੋਂਡਿੰਗ ਹੈ। ਯਾਨੀ ਇਹਦੇ ਕੋਰਸਪੋਂਡਿੰਗ ਇੱਥੇ ਤੱਕ ਵਾਇਰ 'ਚ ਜਿਹੜੀ ਸਟ੍ਰੈਸ ਆ ਹਨਾ ਉਹ ਅਸੀਂ ਅਪਲਾਈ ਕਰ ਸਕਦੇ ਆ ਬਿਨਾ ਵਾਇਰ ਦੇ ਬ੍ਰੇਕ ਕੀਤੇ। ਪਰ ਜੇ ਉਸ ਤੋਂ ਬਾਅਦ ਆਹ ਵਾਲੇ ਪੋਰਸ਼ਨ ਨੂੰ ਲਵਾਂ ਔਰ ਇਹ ਪੁਆਇੰਟ ਦੇ ਨੀਅਰ ਬਾਈ ਲਗਾ ਕੇ ਚੱਲਾਂ, ਤੇ ਇਹਦਾ ਮਤਲਬ ਇਹ ਹੋਇਆ ਇਸ ਤੋਂ ਬਾਅਦ ਮੈਂ ਹਲਕੀ ਜੀ ਵੀ ਸਟ੍ਰੈਸ ਘਟਾਉਣ ਵਧਾਉਣ ਦੀ ਕੋਸ਼ਿਸ਼ ਕਰਾਂ, ਮਤਲਬ ਸਟ੍ਰੈਸ ਨੂੰ ਥੋੜਾ ਜਿਹਾ ਵੀ ਵੇਰੀ ਕਰਨ ਦੀ ਕੋਸ਼ਿਸ਼ ਕਰਾਂ, ਤਾਂ ਅਸੀਂ ਕਹਿੰਦੇ ਵਾਇਰ ਮੇਰੀ ਜਿਹੜੀ ਆ ਉਹ ਕਹਿੰਦਾ ਐਸਾ ਚ ਬ੍ਰੇਕ ਕਰ ਜਾਂਦੀ ਹੈ। ਇਹਦਾ ਮਤਲਬ ਵਾਇਰ ਦਾ ਬ੍ਰੇਕਿੰਗ ਪੁਆਇੰਟ ਆ ਜਾਏਗਾ, ਠੀਕ ਹੈ, ਅਲਟੀਮੇਟ ਸਟ੍ਰੈਸ ਤੋਂ ਬਾਅਦ ਕਹਿੰਦਾ ਜਾ ਕੇ, ਔਰ ਵਾਇਰ ਉਸ ਪੁਆਇੰਟ ਦੇ ਉੱਤੇ ਬ੍ਰੇਕ ਕਰ ਜਾਏਗੀ। ਹੁਣ ਕਿਸੇ ਵੀ ਮਟੀਰੀਅਲ ਵਾਸਤੇ ਠੀਕ ਹੈ ਜੀ, ਉਹਦਾ A ਪੁਆਇੰਟ ਯਾਨੀ ਪ੍ਰਪੋਰਸ਼ਨਲ ਲਿਮਿਟ ਦਾ ਪੁਆਇੰਟ ਤੇ ਉਹਦਾ F ਪੁਆਇੰਟ, ਇਹ ਦੋਨਾਂ ਪੁਆਇੰਟ ਦੇ ਵਿੱਚ ਗੈਪ ਕਿੰਨਾ ਵਾ ਉਹ ਡਿਸਾਈਡ ਕਰਦਾ ਕਿ ਗਿਵਨ ਮਟੀਰੀਅਲ ਜਿਹੜਾ ਮੇਰਾ ਹੋਏਗਾ ਉਹ ਡਕਟਾਈਲ ਮਟੀਰੀਅਲ ਆ, ਉਹ ਟੈਂਸਾਈਲ ਮਟੀਰੀਅਲ ਆ, ਕਿ ਉਹ ਮੇਰੇ ਕੋਲ ਇਲਾਸਟੋਮਰ ਆ। ਜੇ ਮੈਂ ਆਪਣੀ ਗੱਲ ਨੂੰ ਕੰਪਲੀਟ ਕਰਾਂ ਤਾਂ ਇਹ ਕਹਿਣਾ ਚਾਹ ਰਿਹਾ ਕਿ ਕੋਈ ਵੀ ਗਿਵਨ ਮਟੀਰੀਅਲ ਜਿਹੜਾ ਵਾ ਉਹ ਅਸੀਂ ਕਿਸ ਪਰਪਸ ਲਈ ਯੂਜ਼ ਕਰਨਾ ਹਨਾ, ਉਹ ਉਸ ਮਟੀਰੀਅਲ ਦੀ ਡਕਟਿਲਿਟੀ ਕਿੰਨੀ ਆ, ਉਹਦੀ ਟੈਂਸਾਈਲ ਸਟਰੈਂਥ ਕਿੰਨੀ ਆ ਹਨਾ, ਇਹਨਾਂ ਸਾਰੀਆਂ ਚੀਜ਼ਾਂ ਨਾਲ ਡਿਸਾਈਡ ਕਰਦੇ ਆ। ਹੁਣ ਜਦੋਂ ਮੈਂ ਇਹ ਕਹਾਂ ਕਿ ਵੀ ਮੈਂ ਕੋਈ 골ਡ ਦਾ ornament ਪਾਣਾ ਵਾ, ਠੀਕ ਹੈ, ਤੇ ਦੂਜੇ ਪਾਸੇ ਮੈਂ ਕਹਾਂ ਮੈਂ ਗਲਾਸ ਦਾ ornament ਪਾਣਾ ਵਾ, ਤੇ ਦੋਨਾਂ 'ਚ ਫਰਕ ਆ ਬੇਟਾ। ਮੈਂ 골ਡ ਦੀ ਇੱਕ ਚੇਨ ਬਣਾਈ, 1 ਗ੍ਰਾਮ 골ਡ ਲਿੱਤਾ ਪੀਸ, ਉਹਨੂੰ ਹੈਮਰਿੰਗ ਕਰ ਕਰਕੇ ਉਹਦੀ ਮੈਂ ਐਸਚ ਕਹਿੰਦਾ ਜੀ ਇੱਕ ਲੌਂਗ ਥਿਨ ਵਾਇਰ ਬਣਾ ਲਈ, ਠੀਕ ਹੈ। ਇਹਦਾ ਮਤਲਬ ਆ ਉਸ ਮਟੀਰੀਅਲ ਦਾ ਇਲਾਸਟਿਕ ਪੁਆਇੰਟ ਤੋਂ ਲੈ ਕੇ ਬ੍ਰੇਕਿੰਗ ਪੁਆਇੰਟ ਦੇ ਵਿੱਚ ਗੈਪ ਬਥੇਰਾ, ਤੁਸੀਂ ਉਹਨੂੰ ਪਰਮਾਨੈਂਟ ਸਟ੍ਰੈਸ ਅਪਲਾਈ ਕਰ ਕਰਕੇ ਉਹਦੀ ਡਿਫਾਰਮੇਸ਼ਨ ਕਰਦੇ ਜਾ ਰਹੇ, ਠੀਕ ਹੈ, ਉਹ ਸਟ੍ਰੇਨ ਅਕਮੋਡੇਟ ਕਰੀ ਜਾਂਦਾ ਪਿਆ ਬਿਨਾਂ ਟੁੱਟੇ। ਪਰ ਦੂਜੇ ਪਾਸੇ ਜੇ ਮੈਂ ਕੱਚ ਦੇ ਗਲਾਸ ਨੂੰ ਫੜਿਆ ਹੋਵੇ, ਪੰਗਾ ਨਹੀਂ ਲੈਣਾ ਕਿਸੇ ਨੇ, ਠੀਕ ਹੈ ਜੀ, ਹਲਕਾ ਜਿਹਾ ਵੀ ਉਹਨੂੰ ਮੈਂ ਇੱਕ ਲਿਮਿਟ ਤੇ ਬਿਯੋਂਡ ਹੱਥ ਦੇ ਵਿੱਚ ਦੱਬਿਆ, ਠੀਕ ਹੈ, ਇੱਕ ਲਿਮਿਟ ਤੱਕ ਮੈਂ ਜਦੋਂ ਦੱਬਦਾ ਪਿਆ, ਮੈਂ ਸਟ੍ਰੈਸ ਲਗਾ ਰਿਹਾ ਵਾਂ, ਉਹ 'ਚ ਸਟ੍ਰੇਨ ਵੀ ਆ ਰਹੀ ਆ, ਮੈਂ ਹੱਥ ਚੁੱਕ ਦਿੱਤਾ, ਸਟ੍ਰੈਸ ਖਤਮ ਹੋਈ, ਸਟ੍ਰੇਨ ਖਤਮ ਹੋ ਗਈ। ਪਰ ਜੇ ਮੈਂ ਹਲਕਾ ਜਿਹਾ ਵੀ ਉਹਨੂੰ ਥੋੜਾ ਜਿਹਾ ਇੱਕ ਪੁਆਇੰਟ ਤੋਂ ਜ਼ਿਆਦਾ ਪ੍ਰੈਸ ਕਰ ਲਿਆ, ਉਹਦਾ ਬ੍ਰੇਕਿੰਗ ਪੁਆਇੰਟ ਆ ਗਿਆ, ਮੈਂ ਕਹਿੰਦਾ ਤਾਂ ਹੱਥ ਟੁੱਟ ਗਿਆ, ਠੀਕ ਆ। ਜਦ ਕਿ ਵਾਇਰ ਜਿਹੜੀ ਆ ਜਾਂ ਸਟੀਲ ਦਾ ਬਣਿਆ ਗਲਾਸ ਮੈਂ ਉਨਾ ਹੀ ਦੱਬਾਂ, ਉਹ ਨਹੀਂ ਇੰਨੀ ਜਲਦੀ ਟੁੱਟਦਾ ਪਿਆ। ਤੇ ਇਹਦਾ ਮਤਲਬ ਇਹ ਹੋਏਗਾ ਕਿ ਕਿਸੇ ਵੀ ਮਟੀਰੀਅਲ ਦਾ ਕਰੈਕਟਰ ਜਿਹੜਾ ਵਾ, ਬਿਹੇਵੀਅਰ ਜਿਹੜਾ ਵਾ ਹਨਾ, ਉਹ ਡਿਸਾਈਡ ਕਰਕੇ ਅਸੀਂ ਮਟੀਰੀਅਲ ਨੂੰ ਡਿਫਰੈਂਟ ਕੈਟੇਗਰੀ ਦੇ ਵਿੱਚ ਕੈਟੇਗਰਾਈਜ਼ ਕਰਦੇ ਹਾਂ ਕਿ ਮਟੀਰੀਅਲ ਗਿਵਨ ਡਕਟਾਈਲ ਆ, ਗਿਵਨ ਮਟੀਰੀਅਲ ਮੇਰੇ ਕੋਲ ਜਿਹੜਾ ਬ੍ਰਿਟਲ ਆ, ਜਾਂ ਗਿਵਨ ਮਟੀਰੀਅਲ ਮੇਰੇ ਕੋਲ ਇਲਾਸਟੋਮਰ ਆ। ਹੁਣ ਜੇ ਮੈਂ ਡਕਟਾਈਲ ਮਟੀਰੀਅਲ ਕਵਾਂ ਤੇ ਡਕਟਾਈਲ ਮਟੀਰੀਅਲ ਦਾ ਗ੍ਰਾਫ ਆਈ ਆ ਜੋ ਆਪਾਂ ਸਾਹਮਣੇ ਬਣਾਇਆ ਕਿ ਵੀ ਉਹਦਾ ਇਲਾਸਟਿਕ ਲਿਮਿਟ ਦਾ ਪੁਆਇੰਟ ਤੇ ਉਹਦਾ ਬ੍ਰੇਕਿੰਗ ਪੁਆਇੰਟ ਦੇ ਆਰ ਵਾਈਡਲੀ ਸੈਪਰੇਟਡ ਫਰਮ ਵਨ ਅਨਦਰ। ਇਲਾਸਟਿਕ ਲਿਮਿਟ ਤੋਂ ਬਾਹਰ ਨਿਕਲਦੇ ਸਾਰ ਹੀ ਅਸੀਂ ਇਹ ਨਹੀਂ ਕਹਿ ਦਿੰਦੇ ਕਿ ਉਹਦਾ ਬ੍ਰੇਕਿੰਗ ਪੁਆਇੰਟ ਨਾਲ ਹੀ ਆਣਾ, ਮਾੜੀ ਜੀ ਹੈਮਰਿੰਗ ਕੀਤੀ ਇਹ ਟੁੱਟ ਜਾਣੀ ਚੀਜ਼, ਕਹਿੰਦਾ ਨਹੀਂ, ਠੀਕ ਹੈ। ਉਹਦੇ ਅੰਦਰ ਲਾਰਜ ਅਮਾਉਂਟ 'ਚ ਪਲਾਸਟਿਕ ਰੇਂਜ ਆ, ਮਤਲਬ ਉਹਦੀ ਲਾਰਜ ਅਮਾਉਂਟ 'ਚ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਪਲਾਸਟਿਕ ਰੇਂਜ ਉਹ ਕਵਰ ਕਰਦਾ,
ਉਹ ਉਸ ਸਟ੍ਰੈਸ ਨੂੰ ਆਪਣੀ ਸਟ੍ਰੇਨ ਦੇ ਨਾਲ ਅਕਮੋਡੇਟ ਕਰਦਾ ਬਿਨਾਂ ਟੁੱਟੇ ਹੋਏ, ਠੀਕ ਹੈ। ਤੇ ਬ੍ਰੇਕਿੰਗ ਪੁਆਇੰਟ ਉਹਦਾ ਬਹੁਤ ਲੌਂਗਰ ਲੈਂਥ ਤੇ ਜਾ ਕੇ ਆ ਰਿਹਾ। ਪਰ ਜੇ ਮੈਂ ਐਸ ਸੱਚ ਕਹਿੰਦਾ ਜੀ ਇਹ ਡਿਫਾਈਨ ਕਰਾਂ ਕਿ ਵੀ ਮੇਰੇ ਕੋਲ ਕੋਈ ਗਿਵਨ ਮਟੀਰੀਅਲ ਜਿਹੜਾ ਵਾ ਉਹ ਬ੍ਰਿਟਲ ਮਟੀਰੀਅਲ ਆ ਤੇ ਉਹਦਾ ਗ੍ਰਾਫ ਪਲਾਟ ਕਰਨਾ ਹੋਵੇ ਤੇ ਉਹਦੇ ਗ੍ਰਾਫ ਦੇ ਅੰਦਰ ਚੇਂਜ ਇਹ ਆ ਜਾਏਗੀ। ਗ੍ਰਾਫ ਇਸੇ ਬਿਨਾ ਹੋਏਗਾ ਸਟ੍ਰੈਸ ਤੇ ਸਟ੍ਰੇਨ ਦਾ, ਠੀਕ ਹੈ। ਬਟ ਉਹਦੇ ਗ੍ਰਾਫ ਦੇ ਅੰਦਰ ਆ ਪੁਆਇੰਟ ਜਿਹੜਾ ਹੋਏਗਾ, ਆ ਜਿਹੜਾ ਮੇਰੇ ਕੋਲ ਬ੍ਰੇਕਿੰਗ ਪੁਆਇੰਟ ਐਫ ਵਾ ਤੇ ਜਿਹੜਾ ਇਲਾਸਟਿਕ ਲਿਮਿਟ ਦਾ ਪੁਆਇੰਟ ਇਹ ਹੈ, ਦੇ ਆਰ ਵੈਰੀ ਮਚ ਕਲੋਜ਼ਰ। ਤੁਸੀਂ ਇਲਾਸਟਿਕ ਲਿਮਿਟ ਤੋਂ ਮਾੜਾ ਜਿਹਾ ਵੀ ਬਾਹਰ ਨਿਕਲਦੇ ਹੋ ਤੇ ਉਹ ਚੀਜ਼ ਟੁੱਟ ਜਾਂਦੀ ਹੈ। ਇਹਦਾ ਮਤਲਬ ਹੋ ਗਿਆ ਕਿ ਜੇ ਬ੍ਰਿਟਲ ਮਟੀਰੀਅਲ ਹੋਏਗਾ, ਬ੍ਰਿਟਲ ਮਟੀਰੀਅਲ ਦੇ ਅੰਦਰ ਉਹਦਾ ਇਲਾਸਟਿਕ ਲਿਮਿਟ ਦਾ ਪੁਆਇੰਟ ਤੇ ਉਹਦਾ ਬ੍ਰੇਕਿੰਗ ਪੁਆਇੰਟ ਦੇ ਆਰ ਵੈਰੀ ਮਚ ਕਲੋਜ਼ ਟੂ ਈਚ ਅਦਰ। ਪਰ ਜੇ ਡਕਟਾਈਲ ਮਟੀਰੀਅਲ ਆ ਤੇ ਉਹਦੀ ਡਕਟਿਲਿਟੀ ਜ਼ਿਆਦਾ ਵਾ ਤੇ ਇਹਦਾ ਮਤਲਬ ਉਹਦਾ ਇਲਾਸਟਿਕ ਤੇ ਬ੍ਰੇਕਿੰਗ ਪੁਆਇੰਟ ਦੇ ਆਰ ਵਾਈਡਲੀ ਸੈਪਰੇਟਡ ਫਰਮ ਵਨ ਅਨਦਰ। क्या ये दो चीजें क्लियर हो रही हैं? Yes, sir. Yes, Yes, sir. Yes, sir. हैगे ना सारे जाने? कोई नया Yes, sir. yes, sir. Yes, sir. Yes, जी, ओके जी। ते लास्ट आ गया अपने कोल, कहता जी थर्ड जिन्हों ਅਸੀਂ ਕਹਿੰਦੇ ਪੁੱਤ ਇਲਾਸਟੋਮਰ। ਇਲਾਸਟੋਮਰਸ ਆਰ ਦੋਜ਼ ਮਟੀਰੀਅਲ, ਠੀਕ ਹੈ, ਫॉर which ਕਹਿੰਦਾ ਜੀ ਸਟ੍ਰੈਸ ਐਂਡ ਸਟ੍ਰੇਨ ਇਵਨ ਵਿਦਿਨ ਦਾ ਇਲਾਸਟਿਕ ਲਿਮਿਟ ਇਜ਼ ਨਾਟ ਟੂ ਬੀ ਲੀਨੀਅਰ। ਇਹਨਾਂ ਦੋਨਾਂ ਮਟੀਰੀਅਲ ਦੇ ਵਿੱਚ ਇੱਕ ਚੀਜ਼ ਦੇਖਾ, ਇਲਾਸਟਿਕ ਲਿਮਿਟ ਪੁਆਇੰਟ ਤੱਕ ਗ੍ਰਾਫ ਜਿਹੜਾ ਵਾ ਦੋਨਾਂ ਦੇ ਅੰਦਰ ਹੀ ਮੇਰਾ ਸਟ੍ਰੇਟ ਲਾਈਨ ਆ, ਯਾਨੀ ਦੋਨੋਂ ਹੀ ਐਸਐਚਓ ਹੁਕਸ ਲਾ ਨੂੰ ਓਬੇ ਕਰਦੇ ਪਏ। ਸਟ੍ਰੈਸ ਵਰਸਸ ਸਟ੍ਰੇਨ ਦਾ ਗ੍ਰਾਫ ਜਿਹੜਾ ਹੋਏਗਾ ਹਨਾ, ਉਹ ਮੇਰੇ ਕੋਲ ਐਸ ਸਟ੍ਰੇਟ ਲਾਈਨ ਵੇਰੀ ਕਰ ਰਿਹਾ ਦੋਨਾਂ ਦੇ ਅੰਦਰ। ਪਰ ਜੇ ਮੇਰੇ ਕੋਲ ਐਸਐਚ ਕੋਈ ਮਟੀਰੀਅਲ ਐਸਐਚਓ ਹੁਕਸ ਲਾ ਨੂੰ ਓਬੇ ਨਹੀਂ ਕਰਦਾ, ਠੀਕ ਹੈ, ਇਹਦਾ ਮਤਲਬ ਉਹਨਾਂ ਮਟੀਰੀਅਲ ਦੇ ਵਾਸਤੇ ਸਟ੍ਰੈਸ ਸਟ੍ਰੇਨ ਦਾ ਗ੍ਰਾਫ ਜਿਹੜਾ ਵਾ ਵਿਦਿਨ ਇਲਾਸਟਿਕ ਲਿਮਿਟ ਵੀ ਮੇਰੇ ਕੋਲ ਜਿਹੜਾ ਉਹ ਸਟ੍ਰੇਟ ਲਾਈਨ ਨਹੀਂ ਹੈਗਾ, ਠੀਕ ਹੈ। ਤੇ ਫਿਰ ਉਹ ਮਟੀਰੀਅਲਸ ਮੇਰੇ ਕੋਲ ਜਿਹੜੇ ਨੇ ਉਹ ਇਲਾਸਟੋਮਰਸ ਕੰਸੀਡਰ ਹੁੰਦੇ। ਜਿੱਦਾਂ ਰਬਰ ਜਿਹੜੀ ਹੈ ਸਾਡੀ ਉਹ ਇਲਾਸਟੋਮਰ ਆਂਦੀ ਹੈ ਬੇਟਾ। ਰਬਰ ਦੇ ਅੰਦਰ ਅਸੀਂ ਸਟ੍ਰੈਸ ਸਟ੍ਰੇਨ ਦਾ ਕਨਸੈਪਟ ਲੈ ਕੇ ਚੱਲੀਏ ਤਾਂ ਅਸੀਂ ਕਹਿੰਦੇ ਉਹ ਲੀਨੀਅਰ ਬਿਹੇਵੀਅਰ ਨਹੀਂ ਦਿਖਾਉਂਦਾ। ਉਹਦੇ ਅੰਦਰ ਅਸੀਂ ਗ੍ਰਾਫ ਦਿਖਾਈਏ, ਜੇ ਉਹਦੇ ਵਾਸਤੇ ਅਸੀਂ ਆਹੀ ਸਟ੍ਰੇਨ ਤੇ ਸਟ੍ਰੈਸ ਦਾ ਗ੍ਰਾਫ ਪਲਾਟ ਕਰੀਏ ਤੇ ਇਹਦੇ ਅੰਦਰ ਗ੍ਰਾਫ ਦੇ ਅੰਦਰ ਜਿਹੜਾ ਮੇਰੇ ਕੋਲ ਗ੍ਰਾਫ ਦੀ ਕਰਵ ਹੋਏਗੀ ਕੁਝ ਇਸ ਵੇਲੇ ਆਂਦੀ। ਇਹਦਾ ਮਤਲਬ ਇੰਨੇ ਪੋਰਸ਼ਨ ਤੱਕ ਜੇ ਅਸੀਂ ਗੱਲ ਕਰੀਏ ਤੇ ਇੰਨੇ ਪੋਰਸ਼ਨ ਤੱਕ ਵਾਇਰ ਤੇ ਉਨੀ ਸਟ੍ਰੈਸ ਨਹੀਂ ਲੱਗੀ ਜਿੰਨੀ ਉੱਚ ਸਟ੍ਰੇਨ ਆਈ ਹੈ, ਠੀਕ ਹੈ। ਯਾਨੀ ਲਾਰਜ ਸਟ੍ਰੇਨ ਪ੍ਰੋਡਿਊਸ ਹੁੰਦੀ ਪਈ ਆ, ਸਟ੍ਰੇਨ ਜ਼ਿਆਦਾ ਬਣਦੀ ਵੀ ਸਟ੍ਰੈਸ ਥੋੜੀ ਆ। ਔਰ ਆਹ ਪੋਰਸ਼ਨ ਲਵਾਂ ਤੇ ਇੰਨੇ ਪੋਰਸ਼ਨ ਦੇ ਅੰਦਰ ਤੇ ਮੇਰੇ ਕੋਲ ਜਿਹੜੀ ਐਸ ਸਟ੍ਰੈਸ ਦੇ ਕੋਰਸਪੋਂਡਿੰਗ ਸਟ੍ਰੇਨ ਘੱਟ ਆ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜਿਹੜੇ ਗਿਵਨ ਮਟੀਰੀਅਲ ਦੇ ਅੰਦਰ ਸਟ੍ਰੈਸ ਔਰ ਸਟ੍ਰੇਨ ਵਿਦਿਨ ਇਲਾਸਟਿਕ ਲਿਮਿਟ ਵੀ ਮੇਰੇ ਕੋਲ ਜਿਹੜੇ ਹੁਕਸ ਲਾਅ ਨੂੰ ਓਬੇ ਨਾ ਕਰੇ, ਠੀਕ ਹੈ, ਦੋਜ਼ ਮਟੀਰੀਅਲਸ ਆਰ ਟੂ ਬੀ ਕਹਿੰਦਾ ਜੀ ਕੰਸੀਡਰਡ ਐਜ਼ ਦਾ ਇਲਾਸਟੋਮਰਸ। क्या आ तीन टाइप ਦੇ ਮਟੀਰੀਅਲ ਜਿਹੜੇ ਬੋਲ ਰਹੇ ਹਾਂ, ਡਕਟਾਈਲ, ਬ੍ਰਿਟਲ ਤੇ ਇਲਾਸਟੋਮਰ, क्या ਇੰਨਾ ਕਲੀਅਰ ਆ? Yes, sir. Yes, sir. Yes, Sir. ਇਹ ਟੌਪਿਕ ਨੂੰ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਿਓ ਕਿ ਵੀ ਅੱਜ ਜੇ ਹੁਣ ਕੀਤਾ ਇਹਨੂੰ ਨਾਲ ਹੀ ਬੇਟਾ ਰੀਡ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਲਿਓ, ਇੱਕ ਵਾਰੀ ਰੀਡਿੰਗ ਕਰ ਲਿਓ ਤਾਂ ਕਿ ਤੁਹਾਨੂੰ ਟੌਪਿਕ ਕਲੀਅਰ ਹੋ ਜਾਏਗਾ, ਠੀਕ ਹੈ ਜੀ।